ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਜ਼ਮੀਨੀ ਪੱਧਰ ਤੇ ਲੋਕ ਹਿੱਤਾਂ ਦੀ ਆਵਾਜ਼ ਧੜੱਲੇ ਦੇ ਨਾਲ ਚੁੱਕਣ ਵਾਲੇ ਸ਼ਖਸ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸੇ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੌਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725250। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 4 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਪੰਜਾਬ ਸਰਕਾਰ ਤੋਂ। ਕਹਿੰਦੇ ਪੰਜਾਬ ਸਰਕਾਰ ਨੇ ਵਿਸ਼ੇਸ਼ ਇਜਲਾਸ ਬੁਲਾਇਆ ਜੀ ਤੇ ਸਵਾਲ ਪੈਦਾ ਇਹ ਹੋ ਗਿਆ ਵੀ ਇਹ ਕਦੋਂ ਬੁਲਾਉਣਾ ਪਿਆ ਜੀ ਹੁਣ ਇਹਨਾਂ ਨੂੰ। ਬਿਲਕੁਲ ਪ੍ਰਵੀਨ ਜੀ, ਕੱਲ ਜਦੋਂ ਸ਼ਾਮ ਢਲ ਰਹੀ ਸੀ ਤਾਂ ਢਲਦੇ ਰਾਤ ਜਦੋਂ ਉਤਰ ਰਹੀ ਸੀ, ਉਸ ਰਾਤ ਉਤਰਦਿਆਂ ਸਰਕਾਰੀ ਖਬਰ ਇਹ ਬਾਹਰ ਆਉਣ ਲੱਗੀ ਜੀ ਕਿ 7 ਤਰੀਕ ਨੂੰ ਜੀ ਅਚਾਨਕ ਕੈਬਨਿਟ ਦੀ ਬੈਠਕ ਬੁਲਾ ਲਈ ਗਈ। ਠੀਕ ਹੈ ਜੀ। ਚਲੋ ਹੋ ਸਕਦਾ ਨਵੇਂ ਮੰਤਰੀ ਨੂੰ ਅਗਲੇ ਕਹਿੰਦੇ ਸਵਾਦ ਜਾਂ ਦਬਾਉਣਾ ਹੋ ਗਿਆ, ਏਦਾਂ ਬੈਠਕ ਹੁੰਦੀ ਹੈ ਜੀ। ਪਰ ਫਿਰ ਉਸ ਦੇ ਨਾਲ ਹੀ ਖਬਰ ਇਹ ਵੀ ਆਉਣ ਲੱਗੀ ਕਿ ਵਿਸ਼ੇਸ਼ ਇਜਲਾਸ ਦੀ ਤਿਆਰੀ। ਠੀਕ ਹੈ। 10 ਤੇ 11 ਜੁਲਾਈ ਨੂੰ 2 ਰੋਜ਼ਾ ਵਿਸ਼ੇਸ਼ ਇਜਲਾਸ ਬੁਲਾਇਆ ਜਾ ਰਿਹਾ ਔਰ ਇਸ ਵਿਸ਼ੇਸ਼ ਇਜਲਾਸ ਲਈ ਮੈਨੂੰ ਲੱਗਦਾ ਰਾਜਪਾਲ ਤੋਂ ਵੀ ਕੋਈ ਮਨਜ਼ੂਰੀ ਲੈਣ ਦੀ ਲੋੜ ਨਹੀਂ ਪੈਣੀ, ਕਿਉਂਕਿ ਉਹ ਪ੍ਰਕਿਰਿਆ ਪੁਰਾਣਾ ਚੱਕਿਆ ਹੋਇਆ ਜੋ ਉਮੀਦਵਾਰ ਸ਼ੁਰੂ ਕਰ ਲੈਣਾ। ਸੋ ਇਸ ਦੇ ਲਈ ਇਹ ਏਜੰਡਾ ਸ਼ਾਇਦ ਤੈਅ ਹੋ ਰਿਹਾ ਕਿ ਜਿਹੜਾ ਕੈਬਨਿਟ ਦੀ ਬੈਠਕ ਹੋਏਗੀ ਉਹਦੇ ਵਿੱਚ ਇਜਲਾਸ ਵਾਲੀ ਮੋਹਰ ਲਾ ਲੈਣਗੇ ਕਿ ਚਲੋ ਜੀ ਬੁਲਾਓ, ਏਜੰਡਾ ਤੈਅ ਹੋ ਜਾਊਗਾ। ਤੇ ਏਜੰਡਾ ਜੋ ਰੱਖਿਆ ਜਾਊਗਾ ਨਸ਼ਾ ਹੋਊਗਾ, ਯੁੱਧ ਨਸ਼ਿਆਂ ਵਿਰੁੱਧ। ਇੱਕ ਤਾਂ ਪੰਚਾਇਤੀ ਮਤੇ ਮੁਤੇ ਦਿਖਾਉਣਗੇ ਕਿ ਦੇਖੋ ਇੰਨੀ ਪੰਚਾਇਤਾਂ ਨੇ ਮਤੇ ਪਾਤੇ, ਸਭ ਨੂੰ ਪਤਾ ਪਿੰਡਾਂ 'ਚ ਮਤੇ ਕਿਵੇਂ ਪਵਾ ਰਹੇ ਨੇ। ਜਿਵੇਂ ਪੰਚਾਇਤੀ ਚੋਣਾਂ ਹੁੰਦੀਆਂ ਨੇ ਉਵੇਂ ਮਤੇ ਪੈਂਦੇ ਨੇ। ਜਿਹਦੀ ਸਰਕਾਰ ਆ ਉਹਦੀ ਚੁੱਤੀ ਬੋਲਦੀ ਹੈ, ਡੰਡੇ ਦੇ ਜ਼ੋਰ ਤੁਸੀਂ ਕੰਮ ਕਰਾਉਣੇ ਹੋ, ਡਰਾਉਣੇ ਧਮਕਾਉਣੇ ਵੀ ਉਹ ਸਰਪੰਚਾਂ ਨੂੰ ਕਿ ਦੇਖ ਤੈਨੂੰ ਇੱਥੇ ਫਸਾ ਦਾਂਗੇ, ਇੱਟਾਂ ਰੋੜਿਆਂ ਦੇ ਮਸਲੇ ਚ ਫਸਾ ਦਾਂਗੇ, ਹਨਾ। ਤੇ ਚਲੋ ਜਿਹੜੇ ਸਰਕਾਰ ਨਾਲ ਹੁੰਦੇ ਨੇ ਉਹਨੇ ਵੈਸੇ ਵਿਚਾਰੇ ਨੇ ਪਾ ਕੇ ਦੇਣੇ ਹੁੰਦੇ ਨੇ, ਹੈਨਾ। ਤੇ ਇਸ ਲਈ ਸਵਾਲ ਤਾਂ ਇਹ ਕਿ ਗ੍ਰਾਮ ਸਭਾ ਬੁਲਾ ਕੇ ਦੇਖ ਲਓ, ਪਤਾ ਲੱਗ ਜੂ ਕਿੰਨਾ ਪਿੰਡ ਤੁਹਾਡੇ ਨਾਲ ਖੜੇ ਨੇ ਹੁਣ। ਤੇ ਚਲੋ ਜੀ, ਇਹ ਇੱਕ ਤਾਂ ਮਤੇ ਮੁਤੇ ਦਿਖਾਉਣਗੇ, ਦੂਜਾ ਇਹ ਅੰਕੜੇ ਦਿਖਾਉਣਗੇ ਉੱਥੇ ਨਸ਼ਿਆਂ ਵਾਲੇ ਜੀ ਕਿ ਦੇਖੋ ਜੀ ਇੰਨਾ ਮਾਲ ਫੜ ਲਿਆ, ਇੰਨੇ ਤਸਕਰ ਅੰਦਰ ਦੇ ਤੇ। ਮਤਲਬ ਇਹ ਤਸਕਰ ਜਿਹੜੇ ਆਪਣੇ ਖਾਣ ਦੇ ਆਦੀ ਲਈ ਖਾਜਾ ਵੀ ਲੈ ਕੇ ਆਉਂਦੇ ਨੇ ਨਸ਼ੇ ਵਾਲਾ, ਉਹਨਾਂ ਨੂੰ ਵੀ ਤਸਕਰਾਂ ਦੇ ਖਾਤਿਆਂ 'ਚ ਪਾਈ ਬੈਠੇ ਨੇ। ਤੇ ਫਿਰ ਉਹਦੇ ਵਿੱਚ ਵੱਡੀ ਪ੍ਰਾਪਤੀ ਵਿਕਰਮ ਮਜੀਠੀਆ ਦੀ ਵੀ ਦਿਖਾਉਣਗੇ ਜੀ। ਸੋ ਵਿਕਰਮ ਮਜੀਠੀਆ ਦੇ ਮਾਮਲੇ ਦੇ ਉੱਤੇ ਕਾਂਗਰਸੀਆਂ ਨੂੰ ਵੀ ਘੇਰਨਗੇ ਤੇ ਅਕਾਲੀ ਤਾਂ ਚਲੋ ਹੈ ਹੀ ਕੀ ਨੇ ਉੱਥੇ ਅੰਦਰ ਘੇਰਨ ਨੂੰ ਹੁਣ। ਸੋ ਪਰ ਇਸ ਮਸਲੇ ਤੇ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਮੂਹਰੇ ਫਿਰ ਇੱਕ ਜ਼ਮੀਨੀ ਚੋਣ ਆ ਰਹੀ ਹੈ। ਬਿਲਕੁਲ। ਤਰਨਤਾਰਨ ਵਾਲੀ ਸੀਟ ਖਾਲੀ ਆ ਤੇ ਉੱਥੋਂ ਦੇ ਜਿਹੜੇ ਐਮਐਲਏ ਸੀਗੇ ਡਾਕਟਰ ਸੋਹਲ ਸਾਹਿਬ, ਉਹ ਲੰਮੀ ਬਿਮਾਰੀ ਕਰਕੇ ਚੜਾਈ ਕਰ ਗਏ ਤੇ ਉਹਨਾਂ ਕਰਕੇ ਉਹ ਸੀਟ ਖਾਲੀ ਡਿਕਲੇਅਰ ਕਰ ਦਿੱਤੀ ਗਈ ਹੈ ਤੇ ਉੱਥੇ 6 ਮਹੀਨਿਆਂ ਦੇ ਅੰਦਰ ਅੰਦਰ ਚੋਣ ਹੋਊਗੀ। ਤੇ 2 ਪੋਸਟਾਂ ਅਜੇ ਵੀ ਕੈਬਨਿਟ 'ਚ ਖਾਲੀ ਨੇ, ਉੱਥੇ ਵੀ ਵਾਅਦਾ ਕਰ ਦੇਣਗੇ ਕੇਜਰੀਵਾਲ ਮੰਤਰੀ ਬਣਾ ਦੇਣਗੇ। ਸੋ ਪਰ ਉੱਥੇ ਚੋਣ ਵੱਖਰੀ ਤਰ੍ਹਾਂ ਦੀ ਹੋਊਗੀ। ਤਰਨਤਾਰਨ ਸਹੀ ਗੱਲ ਹੈ। ਇਹ ਇਹਨਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਇਹਨੂੰ ਤੁਸੀਂ ਜਲੰਧਰ ਤੇ ਲੁਧਿਆਣਾ ਸਮਝ ਲਿਓ। ਹਾਂਜੀ, ਚਲੋ ਇਸ ਲਈ ਮੰਨਿਆ ਇਹ ਜਾ ਰਿਹਾ ਕਿ 2 ਰੋਜ਼ਾ ਜਿਹੜਾ ਇਜਲਾਸ ਹੋਊਗਾ ਉਹ ਨਸ਼ਿਆਂ ਦੀ ਪ੍ਰਾਪਤੀ ਲਈ ਹੋਊਗਾ। ਸੋ ਪਾਣੀਆਂ ਦਾ ਰਾਖਾ ਹੁਣ ਪੰਜਾਬ ਦੇ ਪੁੱਤਾਂ ਦਾ ਰਾਖਾ ਦਾ ਬੋੜ ਪਮੱਲ ਵਾਲਵੇ। ਹਕੀਕਤ ਕੀ ਹੈ ਜੀ, ਇਹ ਪੰਜਾਬ ਵਾਕ ਰਾਜਨੀਤਿਕ ਪਾਰਟੀਆਂ ਦੀ ਮੈਂ ਗੱਲ ਨਹੀਂ ਕਰ ਰਿਹਾ, ਮੈਂ ਧਰਾਤਲ ਦੀ ਗੱਲ ਕਰ ਰਿਹਾ। ਨਾ ਸਪਲਾਈ ਚੇਨ ਟੁੱਟੀ ਹੈ, ਨਾ ਨਸ਼ਿਆਂ ਵਾਲਿਆਂ ਦੇ ਵਿੱਚ ਖੜੋਤ ਆਈ ਹੈ ਜੀ, ਤੇ ਨਾ ਜਿਹੜੇ ਸਪਲਾਈ ਕਰਦੇ ਨੇ ਉਹਨਾਂ ਦੇ ਕੋਈ ਰੋਹ ਦਾਬੇ ਦੇ ਵਿੱਚ ਕੋਈ ਫਰਕ ਪਿਆ। ਹਾਂ, ਪਿੰਡਾਂ ਦੇ ਵਿੱਚ ਕੁਝ ਘਰ ਘੁਰਟਾ, ਕੁਝ ਪੁਰਾਣੇ ਸਪਲਾਈਆਂ ਵਾਲਿਆਂ ਦੇ, ਕੁਝ ਬਜ਼ੁਰਗਾਂ ਦੇ, ਕੁਝ ਇਹਨਾਂ ਜਿਹੜੇ ਇਕੱਲੇ ਰਹਿੰਦੇ ਨੇ ਉਹਨਾਂ ਦੇ ਮੁੰਡੇ ਕਾਰੇ ਕਿਤੇ ਕਰਦੇ ਨੇ ਕੰਮ, ਜਾਂ ਕਈ ਛੱਡ ਚੁੱਕੇ ਨੇ, ਕਈਆਂ ਦੇ ਨਜਾਇਜ਼ ਕਬਜ਼ਿਆਂ ਵਾਲਾ ਮਾਮਲਾ ਬੜਾ। ਉਹ ਸਾਰਾ ਬਲਡੋਜ਼ਰ ਕਲਚਰ ਦਾ ਵੀ ਪ੍ਰਗਟਾਵਾ ਹੋਊਗਾ ਤੇ ਐਂ ਚੱਲੂਗਾ, ਐਂ ਕਰਾਂਗੇ, ਇਹਦੇ ਦਾਅਵੇ ਵਾਅਦੇ ਹੋਣਗੇ। ਇੱਕ ਤਰ੍ਹਾਂ ਨਾਲ ਅਧਿਕਾਰਤ 2 ਦਿਨ ਦੀ ਆਮ ਆਦਮੀ ਪਾਰਟੀ ਦੀ ਚੋਣ ਰੈਲੀ ਹੋਊਗੀ ਇਜਲਾਸ ਦੇ ਉੱਤੇ। ਜੀ ਸਹੀ ਹੈ।
ਬਿਲਕੁਲ ਜੀ। ਤੇ ਸ਼ਰਮਾ ਜੀ, ਅਗਲੀ ਗੱਲ ਕਰੀਏ ਵਿਕਰਮ ਮਜੀਠੀਆ ਦੀ। ਇੱਕੋ ਦਿਨ 3 ਪਾਸਿਓਂ ਘਿਰੇ ਨੇ ਜੀ ਵਿਕਰਮ ਮਜੀਠੀਆ ਕਹਿੰਦੇ। ਦੇਖੋ, ਵਿਕਰਮ ਮਜੀਠੀਆ ਹੁਣ ਜਦੋਂ ਇਸ ਮਾਮਲੇ 'ਚ ਘਿਰੇ ਹੋਏ ਨੇ, ਜਿਹੜਾ ਮਾਮਲਾ ਉਹਨਾਂ ਤੇ ਪਾਇਆ ਗਿਆ, ਹੂੰ। ਉਸ ਮਾਮਲੇ ਨੂੰ ਲੈ ਕੇ ਉਹ ਹਾਈ ਕੋਰਟ ਗਏ ਸੀਗੇ ਕਿ ਵੀ ਮੇਰੀ ਇਹ ਜਿਹੜੀ ਮੇਰੇ ਖਿਲਾਫ FIR ਕੀਤੀ ਗਈ ਹੈ ਵਾਜਬ ਨਹੀਂ ਬਣਦੀ। ਮੈਨੂੰ ਪਹਿਲਾਂ ਗੈਰ ਕਾਨੂੰਨੀ ਤਰੀਕੇ ਨਾਲ ਕੁਝ ਘੰਟੇ ਹਿਰਾਸਤ 'ਚ ਰੱਖਿਆ, ਉਹ ਨਹੀਂ ਬਣਦਾ। ਮੈਨੂੰ ਜਿਹੜੀ ਗ੍ਰਿਫਤਾਰੀ ਕੀਤੀ ਉਹਦੀ ਲੋੜ ਨਹੀਂ ਸੀ, ਰਿਮਾਂਡ ਦੀ ਮੇਰੇ ਇਸ ਕੇਸ 'ਚ ਲੋੜ ਨਹੀਂ ਬਣਦੀ। ਉਹਨਾਂ ਨੇ ਹਾਈ ਕੋਰਟ ਜਿਹੜੀ ਪਟੀਸ਼ਨ ਪਾਈ ਸੀ, ਉਹ ਪਟੀਸ਼ਨ ਉਹਨਾਂ ਨੇ ਜ਼ਮਾਨਤ ਲਈ ਨਹੀਂ ਪਾਈ। ਠੀਕ ਹੈ ਜੀ। ਉਹ ਸਿੱਧੀ ਰਾਹਤ ਲਈ ਨਹੀਂ ਪਾਈ, ਉਹਨਾਂ ਨੇ ਚੈਲੰਜ ਕੀਤਾ ਇਸ FIR ਨੂੰ, ਗ੍ਰਿਫਤਾਰੀ ਨੂੰ, ਰਿਮਾਂਡ ਨੂੰ। ਇਹਨੂੰ ਲੈ ਕੇ ਜਿਹੜੀ ਸੀਗੀ ਕਿ ਉਹ ਠੀਕ ਹੈ ਜੀ ਕਿ ਅਗਲੇ ਦਿਨ ਆ ਜਾਓ, ਕਿਉਂਕਿ ਉਦਣ ਜੀ ਕਹਿੰਦੇ ਜਿਹੜਾ ਰਿਮਾਂਡ ਦਾ ਆਰਡਰ ਹੈ ਉਹ ਨਹੀਂ ਨਾਲ ਲੱਗਿਆ। ਠੀਕ ਹੈ। ਤੇ ਸਰਕਾਰੀ ਵਕੀਲਾਂ ਨੇ ਕਿਹਾ ਜੀ ਕਿ ਦੁਪਹਿਰ ਤੱਕ ਅਪਡੇਟ ਹੋ ਜਾਊਗਾ ਜੀ, ਉਧਰ ਚੜਿਆ ਨਹੀਂ ਹਜੇ, ਜਿਹੜਾ ਰਿਮਾਂਡ 4 ਦਿਨ ਦਾ ਦੁਬਾਰਾ ਮਿਲਿਆ ਸੀ। ਚਲੋ ਕਹਿੰਦੇ ਕਿ ਅਗਲੇ ਦਿਨ ਆ ਜਾਓ। ਸੋ ਇਸ ਲਈ ਕੱਲ ਸ਼ੁੱਕਰਵਾਰ ਦੀ ਸੁਣਵਾਈ ਸੀ ਦੁਬਾਰਾ। ਤੇ ਹੁਣ ਜਦੋਂ ਸਰਕਾਰੀ ਵਕੀਲਾਂ ਦੀ ਸੁਣੋਗੇ ਤਾਂ ਉਹ ਵਕੀਲ ਕਹਿੰਦੇ ਜਿਨ੍ਹਾਂ ਦੀ ਐਪਲੀਕੇਸ਼ਨ ਗਲਤ ਸੀ ਤੇ ਅਦਾਲਤ ਤੋਂ ਮਜੀਠੀਆ ਵਾਲਾ ਦੀ ਧਿਰ ਨੂੰ ਝਾੜਾਂ ਪਈਆਂ ਕਿ ਤੁਹਾਡੀ ਐਪਲੀਕੇਸ਼ਨ ਦੁਰਸਤ ਨਹੀਂ ਸੀ, ਇਹਨੂੰ ਦੁਬਾਰਾ ਲਾਓ, ਸਹੀ ਕਰੋ। ਤੇ ਹੁਣ ਮੰਗਲਵਾਰ ਨੂੰ 8 ਤਰੀਕ ਨੂੰ ਸੁਣਵਾਈ ਹੋਊ ਜੀ। ਤੇ ਜੇ ਵਿਕਰਮ ਮਜੀਠੀਆ ਦੇ ਵਕੀਲ ਦੀ ਸੁਣੋ, ਕਹਿੰਦੇ ਵੀ ਜਿਹੜਾ ਰਿਮਾਂਡ ਆਰਡਰ ਚੜਿਆ ਉਹ ਪਹਿਲਾਂ 6 ਜੂਨ ਦਾ ਚੜਾਤਾ, ਤੇ ਜਦੋਂ ਕਿ ਉਹ ਚੜਨਾ ਸੀ 6 ਜੁਲਾਈ ਦਾ। ਤੇ ਇਸ ਲਈ ਕਹਿੰਦੇ ਜੀ ਉਹ ਤਰੀਕ ਦੀ ਗਲਤੀ ਕਰਕੇ ਕੁਝ ਤਕਨੀਕੀ ਨੁਕਤੇ ਕਰਕੇ ਕਹਿੰਦੇ ਪੇਚ ਫਸ ਗਿਆ, ਤੇ ਹੁਣ ਸੁਣਵਾਈ ਮੰਗਲਵਾਰ ਤੇ ਜਾਣੀ। ਜਦੋਂ ਮੰਗਲਵਾਰ ਨੂੰ ਸੁਣਵਾਈ ਹੋਣੀ ਆ, ਮਤਲਬ ਪ੍ਰਵੀਨ ਜੀ, ਤਦ ਤੱਕ ਤਾਂ 4 ਦਿਨ ਦਾ ਰਿਮਾਂਡ ਮੁੱਕ ਜਾਣਾ। 2 ਦਿਨ ਲੰਘ ਲਏ ਤੇ ਹੋ ਸਕਦਾ ਕਿ ਹੁਣ ਦਿੱਲੀ ਤੇ ਗੋਰਖਪੁਰ ਲਿਜਾਇਆ ਜਾਵੇ 2 ਦਿਨਾਂ ਦੇ ਵਿੱਚ। ਉਸ ਤੋਂ ਬਾਅਦ ਐਤਵਾਰ ਨੂੰ ਤਾਂ ਪੇਸ਼ੇ ਕਰਨਾ, ਤਾਂ ਲੈ ਦੇ ਕੇ ਅੱਜ ਦਾ ਦਿਨ ਤੇ ਕੱਲ ਦਾ ਦਿਨ ਤਾਂ ਚਲੋ ਹੈਗਾ ਹੀ। ਸੋ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਮੰਨਿਆ ਇਹ ਜਾ ਰਿਹਾ ਕਿ ਇੱਕ ਤਾਂ ਵਿਕਰਮ ਮਜੀਠੀਆ ਲਈ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ, ਗੱਲ ਮੰਗਲਵਾਰ ਤੱਕ ਚਲੇਗੀ। ਤਦ ਤੱਕ ਆਹ ਰਿਮਾਂਡ ਮੁੱਕ ਕੇ ਅਗਲੇ ਦੀ ਫੈਸਲਾ ਆ ਜਾਣਾ ਕਿ ਅਗਲਾ ਮਿਲਣਾ ਨਹੀਂ ਮਿਲਣਾ, ਕੀ ਹੋਣਾ, ਫਿਰ ਉਹਦੀ ਕਾਪੀ ਲੱਗੂਗੀ, ਫਿਰ ਉਹਦੇ ਹਿਸਾਬ ਨਾਲ ਗੱਲ ਤੁਰੂਗੀ। ਦੂਸਰੇ ਪਾਸੇ ਜਿਹੜੀ ਵਿਜੀਲੈਂਸ ਹੈ, ਆਪਾਂ ਉਹਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਜਿਸ ਦਿਨ ਰਿਮਾਂਡ ਲਿਆ ਕਿ ਵੀ ਤੁਸੀਂ ਜੇ 7 ਦਿਨਾਂ ਦੇ ਰਿਮਾਂਡ 'ਚ ਤੁਸੀਂ ਕਹਿੰਦੇ ਹੋ ਸਾਨੂੰ ਸਹਿਯੋਗ ਨਹੀਂ ਕੀਤਾ, ਹੁਣ 4 ਦਿਨਾਂ ਦੇ ਰਿਮਾਂਡ 'ਚ ਕੀ ਗਰੰਟੀ ਦਓਗੇ ਕਿ ਸਾਨੂੰ ਸਹਿਯੋਗ ਕਰੂਗਾ ਜੀ? ਰਿਮਾਂਡ ਕਾਹਦਾ ਮੰਗਿਆ ਫਿਰ? ਇਸ ਲਈ ਗੱਲ ਸ਼ਾਇਦ ਵਿਜੀਲੈਂਸ ਵਾਲਿਆਂ ਨੇ ਸੁਣ ਲਈ, ਉਹਨਾਂ ਨੇ ਇੱਕ ਵੱਖਰੀ ਐਪਲੀਕੇਸ਼ਨ ਲਾਈ ਮਾਲੀ ਕੋਰਟ 'ਚ। ਉਹ ਕਹਿੰਦੇ ਜੀ ਵਿਕਰਮ ਮਜੀਠੀਆ ਸਾਨੂੰ ਸਹਿਯੋਗ ਨਹੀਂ ਕਰਦਾ, ਇਹਨੂੰ ਅਦਾਲਤ ਨਿਰਦੇਸ਼ ਕਰੇ ਕਿ ਜੀ ਸਾਨੂੰ ਸਹਿਯੋਗ ਕਰੇ। ਸੋ ਇਹਦੇ ਨਾਲ ਉਹਨਾਂ ਨੇ ਪੁਲਿਸ ਦੇ ਖਿਲਾਫ ਵੀ ਲਾਈ, ਦਿੱਲੀ ਤੇ ਸ਼ਿਮਲਾ ਅਧਿਕਾਰੀਆਂ ਦੇ ਖਿਲਾਫ, ਕਿ ਜੀ ਇਹ ਸਾਨੂੰ ਸਹਿਯੋਗ ਨਹੀਂ ਕਰਦੇ। ਠੀਕ ਹੈ। ਸੋ ਮੋਹਾਲੀ ਦੀ ਮਾਣਯੋਗ ਅਦਾਲਤ ਨੇ ਪਹਿਲਾਂ ਤਾਂ ਵਿਕਰਮ ਮਜੀਠੀਆ ਨੂੰ ਹਦਾਇਤ ਕੀਤੀ ਹੈ ਜੀ ਕਿ ਤੁਸੀਂ 4 ਦਿਨਾਂ ਦੇ ਰਿਮਾਂਡ ਦੇ ਦਰਮਿਆਨ ਜਾਂ ਰਿਮਾਂਡ ਦੇ ਦੌਰਾਨ ਵਿਜੀਲੈਂਸ ਅਧਿਕਾਰੀਆਂ ਨੂੰ ਸਹਿਯੋਗ ਕਰਨਾ। ਠੀਕ ਹੈ। ਗੱਲਬਾਤ ਦੇ ਵਿੱਚ, ਪੁੱਛਗਿੱਛ ਦੇ ਵਿੱਚ, ਜਿੱਥੇ ਲਿਜਾਇਆ ਜਾਂਦਾ ਉੱਥੇ ਸਾਰਾ ਕੁਛ। ਦੂਸਰਾ ਫਿਰ ਦਿੱਲੀ ਪੁਲਿਸ ਨੂੰ ਤੇ ਹਿਮਾਚਲ ਪੁਲਿਸ ਨੂੰ, ਸ਼ਿਮਲਾ, ਖਾਸ ਕਰ ਸ਼ਿਮਲਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਜੀਲੈਂਸ ਦੀ ਟੀਮ ਦਾ ਸਹਿਯੋਗ ਕਰੋਗੇ, ਕਿਉਂਕਿ ਦਿੱਲੀ 'ਚ ਤਾਂ ਜਿਵੇਂ ਹੋਇਆ, ਕਹਿੰਦੇ ਜੀ ਸਾਨੂੰ ਅਮਿਤ ਸ਼ਾਹ ਦੇ ਅਧੀਨ ਚੱਲਦੀ ਪੁਲਿਸ ਨੇ ਸਾਨੂੰ ਸਹਿਯੋਗ ਨਹੀਂ ਕੀਤਾ, ਅਸੀਂ ਸਾਰੀ ਮਨਜ਼ੂਰੀ ਲੈ ਕੇ ਗਏ ਸੀ, ਸਾਨੂੰ ਕੁਝ ਪੁਣਛਾਣ ਨਹੀਂ ਕਰਨ ਦਿੱਤੀ, ਕਿਤੇ ਜਾਣ ਨਹੀਂ ਦਿੱਤਾ, ਕੁਛ ਨਹੀਂ ਕਰਨਾ, ਨੂੰ ਬਿਠਾ ਕੇ ਮੋੜਤਾ। ਤੇ ਇਸੇ ਤਰ੍ਹਾਂ ਕੁਝ ਕਹਿੰਦੇ ਕਿ ਸ਼ਿਮਲੇ ਦੀ ਪੁਲਿਸ ਨੇ ਵੀ ਸਾਡਾ ਸਹਿਯੋਗ ਨਹੀਂ ਕੀਤਾ। ਹੁਣ ਸ਼ਿਮਲੇ 'ਚ ਤਾਂ ਕਾਂਗਰਸ ਦੀ ਪੁਲਿਸ ਹੈ, ਕਾਂਗਰਸ ਦੀ ਸਰਕਾਰ ਹੈ, ਤੇ ਦਿੱਲੀ ਦੇ ਵਿੱਚ BJP ਸਰਕਾਰ ਹੈ, ਉਹਦਾ ਕੋਈ ਵੀ ਤੁਹਾਨੂੰ ਸਹਿਯੋਗ ਨਹੀਂ ਕਰਦਾ। ਸਹੀ ਗੱਲ ਹੈ, ਬਿਲਕੁਲ। ਤੇ ਫਿਰ ਤੁਹਾਨੂੰ ਆਪਣੇ ਆਪ ਨੂੰ ਵੀ ਸੋਚਣ ਦੀ ਲੋੜ ਹੈ ਕਿ ਇਹ ਸਥਿਤੀ ਕਿਉਂ ਬਣੀ ਹੋਈ ਹੈ। ਤੇ ਦੂਸਰੇ ਪਾਸੇ ਜੇਕਰ ਇਹ ਹੁਕਮ ਨਵੇਂ ਜਾਰੀ ਹੋ ਗਏ ਨੇ ਤਾਂ ਇਹਦਾ ਮਤਲਬ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਇੱਥੋਂ ਵੀ ਵੱਧ ਗਈਆਂ। ਇਹ ਸਭ ਦੇ ਦਰਮਿਆਨ ਚੰਡੀਗੜ੍ਹ ਦੀ ਕੋਰਟ ਨੇ ਵਿਕਰਮ ਮਜੀਠੀਆ ਦੇ ਨਾਂ ਤੇ ਇੱਕ ਨਵਾਂ ਨੋਟਿਸ ਕਰਤਾ। ਠੀਕ ਹੈ। ਚੰਡੀਗੜ੍ਹ ਦੀ ਸਥਾਨਕ ਕੋਰਟ ਨੇ ਉਸ ਨੂੰ ਇੱਕ ਨੋਟਿਸ ਕੱਢਿਆ। ਉਹ ਮਾਮਲਾ ਹੈਗਾ ਰਾਜਵੀਰ ਸਿੰਘ ਨਾਲ ਜੁੜਿਆ ਹੋਇਆ। ਰਾਜਵੀਰ ਜਿਹੜੇ ਨਿੱਜੀ PA ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ, ਜਿਨ੍ਹਾਂ ਬਾਰੇ ਮੇਰਾ ਖਿਆਲ ਅਕਤੂਬਰ ਦੀ ਗੱਲ ਹੈ, ਸ਼ਾਇਦ ਅਕਤੂਬਰ 2024 ਦੇ ਵਿੱਚ ਵਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਦੇ ਵਿੱਚ 6 ਅਕਤੂਬਰ ਸੀਗੀ ਸ਼ਾਇਦ ਉਸ ਦਿਨ, ਜਦੋਂ ਉਹਨਾਂ ਨੇ ਕਿਹਾ ਕਿ ਰਾਜਵੀਰ ਸਿੰਘ ਤਾਂ ਵੀ ਕੱਢਤਾ ਤੇ ਭਗਵੰਤ ਮਾਨ ਤਾਂ ਆਪਣੇ ਬੰਦਿਆਂ ਨੂੰ ਨਹੀਂ ਬਚਾ ਪਾਉਂਦਾ, ਦਿੱਲੀ ਵਾਲੇ ਫੈਸਲੇ ਕਰਦੇ, ਕੀ ਫਰਕ ਪੈਂਦਾ? ਕਹਿੰਦਾ ਕਿ ਰਾਜਵੀਰ ਤਾਂ ਕੈਨੇਡਾ ਦਾ ਸਿਟੀਜ਼ਨ ਹੈ, ਤੇ ਤਾਂ ਪੈਸੇ ਐਡਜਸਟ ਕਰਨ ਦਾ ਇਹਦੇ ਕੋਲ ਟਾਸਕ ਦਿੱਤਾ ਹੋਇਆ, ਇਹਨੇ ਹਵਾਲੇ ਰਾਹੀਂ ਸਾਰੇ ਪੈਸੇ ਆਸਟ੍ਰੇਲੀਆ ਭੇਜਤੇ, ਕੈਨੇਡਾ ਭੇਜਤੇ, ਤੇ ਉੱਥੇ ਇਨਵੈਸਟ ਕਰ ਰਿਹਾ, ਬਾਅਦ ਚੋਂ ਇਹ ਸਾਰੇ ਉੱਥੇ ਚਲੇ ਜਾਣਗੇ। ਜੇ ਏਦਾਂ ਰਾਜਵੀਰ ਦੇ ਉੱਤੇ ਸਿੱਧਾ ਹਮਲਾ ਬੋਲਿਆ ਸੀ ਵਿਕਰਮ ਮਜੀਠੀਆ ਨੇ ਮੀਡੀਆ 'ਚ, ਤੇ ਉਸੇ ਪੋਸਟ ਨੂੰ ਇਹਨੇ ਆਪਣੇ ਸੋਸ਼ਲ ਮੀਡੀਆ ਤੇ ਵੀ ਟੈਗ ਕੀਤਾ ਸੀਗਾ ਜਾਂ ਪਾਇਆ ਸੀਗਾ। ਉਹਦੇ ਆਧਾਰ ਤੇ ਰਾਜਵੀਰ ਨੇ ਚੁਣੌਤੀ ਦਿੱਤੀ ਵੀ 48 ਘੰਟਿਆਂ ਦੇ ਅੰਦਰ ਅੰਦਰ ਵਿਕਰਮ ਮਜੀਠੀਆ ਮਾਫੀ ਮੰਗੇ, ਪੋਸਟਾਂ ਹਟਾਵੇ, ਨਹੀਂ ਤਾਂ ਫਿਰ ਮੈਂ ਕਾਨੂੰਨੀ ਕਾਰਵਾਈ ਕਰਾਂਗਾ। ਹਾਂਜੀ। ਸੋ ਹੁਣ ਮਾਨਹਾਨੀ ਦੇ ਕੇਸ ਦੇ ਵਿੱਚ ਵਿਕਰਮ ਮਜੀਠੀਆ ਨੂੰ
ਚੰਡੀਗੜ੍ਹ ਦੀ ਕੋਰਟ ਵੱਲੋਂ ਨਮਾਨੋਜ। ਸੋ ਬਿਲਕੁਲ ਹੁਣ ਕੁਝ ਧਿਰਾਂ ਇਹਨੂੰ ਇਸ ਤਰ੍ਹਾਂ ਲੈ ਰਹੀਆਂ ਨੇ ਕਿ ਜਿਵੇਂ ਸੁਖਪਾਲ ਖਹਿਰਾ ਚੱਕਿਆ ਤਾਂ ਉਹਦੇ ਕਈ ਕੇਸ ਪਾਤੇ। ਕੋਈ ਬੰਦਾ ਜਦੋਂ ਪੁਲਿਸ ਚੱਕ ਲੈਂਦੀ ਆ, ਸਰਕਾਰ ਨਾਲ ਆਡਾ ਹੋਵੇ ਤਾਂ ਸਰਕਾਰ ਕਈ ਪਾਸੇ ਘੇਰਦੀ ਆ ਕਿ ਇੱਥੇ ਵੀ ਤਰੀਕਾ ਪਵਾ ਦਿਓ, ਉੱਥੇ ਵੀ ਪਵਾ ਦਿਓ। ਸੋ ਇੱਕ ਤਾਂ ਕੁਝ ਤਰ੍ਹਾਂ ਦਾ ਇਹਨੂੰ ਇਸ ਤਰ੍ਹਾਂ ਮੰਨਣ ਲੱਗ ਗਿਆ ਵੀ ਕਿ ਜਾਣ ਕੇ ਉਹਨੂੰ ਘੇਰਾਬੰਦੀ ਕੀਤੀ ਜਾ ਰਹੀ ਹੈ, ਉਹਦੀ ਉਲਝਾਇਆ ਜਾ ਰਿਹਾ ਵੱਖ-ਵੱਖ ਕੇਸਾਂ 'ਚ। ਜੀ ਜੀ। ਤੇ ਇੱਕ ਦੋ ਕੇਸ ਹੋਰ ਪੈ ਸਕਦੇ ਨੇ, ਜਿਵੇਂ ਆਪਾਂ ਪਹਿਲਾਂ ਕਰ ਚੁੱਕੇ ਹਾਂ ਕਿ ਪੁਲਿਸ ਦੀ ਹੱਤਕ ਦਾ ਮਾਮਲਾ ਪਾਇਆ ਜਾ ਰਿਹਾ ਹੈ ਨਾ, ਬੱਸ ਲੁੱਕੀ ਦਾ ਮਾਮਲਾ। ਸੋ ਕਹਿੰਦੇ ਇੱਕ ਦੋ ਕੇਸਾਂ ਦੀ ਹੋਰ ਤਿਆਰੀ ਹੋ ਰਹੀ ਹੈ। ਸੋ ਇਸ ਲਈ ਜੇਕਰ ਏਦਾਂ ਦੀ ਪ੍ਰਕਿਰਿਆ ਅਪਣਾਈ ਸਰਕਾਰ ਤਾਂ ਇਹਨੂੰ ਨਸ਼ਿਆਂ ਦੇ ਵਿਰੁੱਧ ਆਪਣੀ ਪ੍ਰਾਪਤੀ ਦੱਸ ਰਹੀ ਹੈ। ਜਿਹੜੇ ਲੋਕ ਕਿਸੇ ਸਮੇਂ ਬਿਕਰਮ ਮਜੀਠੀਆ ਦੇ ਖਿਲਾਫ ਸੀ, ਕਿਤੇ ਉਹ ਸਿਮਤੀ ਨਾ ਕਰਨ ਲੱਗ ਜਾਣ। ਤੇ ਕਾਫੀ ਹੱਦ ਤੱਕ ਲਹਿਰ ਬਣੀ ਵੀ ਨਹੀਂ ਉਹੀ ਜਿਹੀ ਆਮ ਆਦਮੀ ਪਾਰਟੀ ਨੂੰ ਉਮੀਦ ਸੀ। ਸੋ ਇਸ ਲਈ ਬੇਸ਼ੱਕ ਇਹ ਕੱਲ ਨੂੰ ਗੱਲ ਕਿਹਦੇ ਹੱਕ 'ਚ ਜਾਂਦੀ, ਕਿਹਦੇ ਵਿਰੁੱਧ 'ਚ ਜਾਂਦੀ ਹੈ, ਤਾਂ ਅਦਾਲਤੀ ਪ੍ਰਕਿਰਿਆ ਚੱਲਦੇ ਆ, ਪੁਲਿਸ ਪ੍ਰਕਿਰਿਆ ਚੱਲਦੇ ਹੀ ਸਾਬਤ ਹੋਊਗਾ। ਪਰ ਫਿਲਹਾਲ ਇੱਕ ਦਿਨ ਦੇ ਵਿੱਚ ਤਿੰਨ ਪਾਸਿਓਂ ਕਰਨਾ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵੱਧਦੀਆਂ ਨੇ। ਜੀ ਬਿਲਕੁਲ। ਤੇ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ। ਕੱਲ ਆਪਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਸੀ ਸੁਖਬੀਰ ਸਿੰਘ ਬਾਦਲ ਜਿਸ ਤਰੀਕੇ ਦੇ ਨਾਲ, ਔਰ ਤੁਸੀਂ ਦੱਸਿਆ ਸੀਗਾ ਵੀ ਆਹ ਜਿਹੜੇ ਮਾਮਲਿਆਂ ਦੇ ਉੱਤੇ ਉਹ ਗੈਰ ਹਾਜ਼ਰ ਰਹੇ ਨੇ, ਇਹਦਾ ਖਮਿਆਜ਼ਾ ਅਕਾਲੀ ਦਲ ਨੂੰ ਭੁਗਤਣਾ ਪੈ ਰਿਹਾ। ਹੁਣ ਜਿਹੜਾ ਚਲੰਤ ਇਸ ਟਾਈਮ ਪ੍ਰਕਰਨ ਜਿੰਨੇ ਚੱਲ ਰਹੇ ਨੇ, ਕੀ ਹੁਣ ਅਕਾਲੀ ਦਲ ਦੀ ਸਿਆਸਤ ਨੇ ਰਫ਼ਤਾਰ ਫੜੀ ਅੱਗੇ ਨਾਲੋਂ ਪਹਿਲਾਂ ਤੋਂ? ਦੇਖੋ, ਅਕਾਲੀ ਸਿਆਸਤ ਨਾ ਕਮਾਲ ਦੀ ਹੈ। ਜੀ ਜੀ। ਅਕਾਲੀ ਧਿਰ, ਚਾਹੇ ਸੁਖਬੀਰ ਦੀ ਧਿਰ ਹੈ, ਚਾਹੇ ਸੁਧਾਰ ਲਹਿਰ ਵਾਲੇ ਨੇ, ਚਾਹੇ 5 ਮੈਂਬਰੀ ਹੈ, ਚਾਹੇ SGPC ਹੈ, ਚਾਹੇ ਜਥੇਦਾਰ ਸਾਹਿਬਾਨ ਨੇ, ਪੰਥਕ ਸਿਆਸਤ ਹੈ ਸਾਡੀ, ਚਾਹੇ ਧਾਰਮਿਕ ਸਿਆਸਤ ਹੈ ਸਾਡੀ, ਚਾਹੇ ਧਾਰਮਿਕ ਮੁੱਦੇ ਨੇ, ਤੇ ਚਾਹੇ ਅਕਾਲੀ ਸਿਆਸਤ ਹੈ। ਇਹ ਧਿਰਾਂ ਸਿੱਧੀਆਂ, ਜੇਕਰ ਆਪਾਂ ਅਕਾਲੀ ਦਲਾਂ ਦੇ ਹਵਾਲੇ ਨਾਲ ਗੱਲ ਕਰੀਏ, ਸੱਤਾ 'ਚ ਨਹੀਂ ਹੈਗੀ ਤੇ ਕਿਸੇ ਅਜਿਹੀ ਤਾਕਤ 'ਚ ਵੀ ਨਹੀਂ ਹੈਗੇ ਕੋਈ ਤਖਤਾ ਪਲਟ ਕਰ ਦੇਣ। ਵਿਰੋਧੀ ਧਿਰ 'ਚ ਵੀ ਨਹੀਂ ਹੈਗੇ, ਹੈ ਨਾ। ਕਿਸੇ ਦਿੱਲੀ ਦੇ ਵਿੱਚ ਵੀ ਕੋਈ ਪੈਰ ਧਰਾ ਨਹੀਂ ਕਿਸੇ ਨਾਲ। ਉਹਦੇ ਬਾਵਜੂਦ ਵੀ ਸਭ ਤੋਂ ਵੱਧ ਮੀਡੀਆ ਦੀ ਸੁਰਖੀਆਂ 'ਚ ਤੇ ਲੋਕਾਂ ਦੀ ਸੱਥਾਂ ਦੀ ਚਰਚਾ 'ਚ ਤੇ ਕਿਸੇ ਪਾਰਟੀ ਨੂੰ ਜਿਉਂਦਿਆਂ ਰਹਿਣ ਲਈ ਇਹ ਕਾਫੀ ਹੁੰਦਾ। ਸਹੀ ਗੱਲ। ਮਤਲਬ ਇਸ ਗੱਲ ਨੂੰ ਤਾਂ ਮੰਨਣਾ ਪਊਗਾ ਨਾ ਕਿ ਅਕਾਲੀ ਦਲ ਕਾਂਗਰਸ ਨਾਲੋਂ ਵੱਧ ਚਰਚਾ 'ਚ, BJP ਨਾਲੋਂ ਵੱਧ ਚਰਚਾ 'ਚ ਤੇ ਆਪ ਦੇ ਬਰਾਬਰ ਚਰਚਾ 'ਚ, ਜਦੋਂ ਕਿ ਸਰਕਾਰ ਉਹ ਪੂਰੇ 94 MLA ਨਾਲ ਤੇ ਇਹਨਾਂ ਦੇ 3 ਵੀ ਨਾਲ ਨਹੀਂ। ਸੋ ਇਸ ਲਈ ਦਾ ਮਤਲਬ ਅਕਾਲੀ ਸਿਆਸਤ ਕਿਤੇ ਨਾ ਕਿਤੇ ਰਫ਼ਤਾਰ ਤਾਂ ਫੜਨ ਲੱਗੀ ਹੈ। ਚਾਹੇ ਹੁਣ ਸੁਖਬੀਰ ਬਾਦਲ ਪ੍ਰਧਾਨ ਬਣੇ, ਪ੍ਰਧਾਨ ਬਣਨ ਤੋਂ ਬਾਅਦ ਉਹਨਾਂ ਨੇ ਲੁਧਿਆਣੇ ਇੱਕ ਦਿਨ ਦਾ ਮੋਰਚਾ ਵੀ ਲਾਇਆ। ਫਿਰ ਆਪਾਂ ਇਹ ਵੀ ਸਵਾਲ ਕਰਦੇ ਰਹੇ ਕਿ ਭਾਈ 2 ਮਹੀਨੇ ਹੋ ਗਏ, ਨਾ ਵਰਕਿੰਗ ਕਮੇਟੀ, ਨਾ ਬਾਕੀ ਕਮੇਟੀਆਂ, ਕਿੱਥੇ ਆ ਸਾਰਾ ਕੁਛ? ਚਲੋ ਅਚਾਨਕ ਬਿਕਰਮ ਮਜੀਠੀਆ ਵਾਲਾ ਮਾਮਲਾ ਆ ਗਿਆ ਤੇ ਉਸ ਮਾਮਲੇ ਦੇ ਉੱਤੇ ਜੀ ਇਹਨਾਂ ਨੇ ਤੱਥ ਪੜਾਤ ਦੇ ਵਿੱਚ ਕੋਰ ਕਮੇਟੀ ਜਥੇਬੰਦਕ ਢਾਂਚਾ ਐਲਾਨ ਦਿੱਤਾ ਤੇ ਉਹ ਚਰਚਾ ਹੋ ਵੀ ਕਿ ਲਓ ਜੀ ਕਮੇਟੀ ਬਣ ਗਈ, ਨਾ ਆ ਗਏ ਜੀ 31 ਮੈਂਬਰੀ ਹੋ ਗਏ ਜੀ, ਆਹ ਹੋ ਗਿਆ। ਆਪਾਂ ਉਸ ਦਿਨ ਵੀ ਗੱਲ ਕੀਤੀ ਕਿ ਚਲੋ ਠੀਕ ਹੈ, ਧੰਨਵਾਦ, ਕੋਰ ਕਮੇਟੀ ਦੇ ਜਥੇਬੰਦਕ ਢਾਂਚਾ ਬਣਾਇਆ, ਪਰ ਅਕਾਲੀ ਸੰਵਿਧਾਨ ਦੇ ਅਨੁਸਾਰ ਤਾਂ ਵਰਕਿੰਗ ਕਮੇਟੀ ਹੈ ਸਭ ਤੋਂ ਅਹਿਮ, ਤੇ ਉਹਦਾ ਨਾਂ ਨਿਸ਼ਾਨ ਨਹੀਂ ਜੀ। ਸੋ ਫਿਰ ਜੀ ਮਤਲਬ ਕਿ ਸੁਖਬੀਰ ਬਾਦਲ ਹੋਰੀ ਆਪ ਪ੍ਰੈਸ ਕਾਨਫਰੰਸ ਕਰਨ ਨਿਕਲੇ ਆਏ ਲੈਂਡ ਪੂਲਿੰਗ ਵਾਲੇ ਮਾਮਲੇ ਤੇ, ਪ੍ਰੋਗਰਾਮ ਐਲਾਨ ਤੇ ਕਿ 15 ਜੁਲਾਈ ਤੋਂ ਅਸੀਂ ਧਰਾਤਲ ਤੇ ਆ ਰਹੇ ਹਾਂ, ਇਹ ਕਰਾਂਗੇ, ਪਹਿਲਾਂ ਲੁਧਿਆਣੇ ਲਾਵਾਂਗੇ, ਫਿਰ 19 ਸਾਈਟਾਂ ਤੇ ਜਾਵਾਂਗੇ। ਸੋ ਇੱਕ ਪ੍ਰੋਗਰਾਮ ਦੇਤਾ ਅਕਾਲੀ ਵਰਕਰਾਂ ਲੀਡਰਾਂ ਨੂੰ। ਫਿਰ ਦੂਏ ਦਿਨ ਬਿਕਰਮ ਮਜੀਠੀਆ ਦੀ ਪੇਸ਼ੀ ਦੇ ਉੱਤੇ ਆ ਗਏ, ਬਾਹਰ ਨਿਕਲੇ, ਗ੍ਰਿਫਤਾਰੀ, ਚਲੋ ਗ੍ਰਿਫਤਾਰੀ ਜਾਂ ਹਿਰਾਸਤ 'ਚ ਲਿਆ, ਫਿਰ ਛੱਡ ਤੇ 2 ਘੰਟਿਆਂ ਬਾਅਦ, ਹੈ ਨਾ। ਉਹ ਸਾਰੇ ਅਕਾਲੀ ਲੀਡਰ ਚਰਚਾ 'ਚ ਰਹੇ, ਖਬਰਾਂ ਆ ਗਈਆਂ, ਤੂੰ ਮੈਂ ਹੋ ਗਈ ਸਾਰਾ ਕੁਛ। ਹੁਣ 2 ਦਿਨ ਦਾ ਆਮ ਆਦਮੀ ਪਾਰਟੀ ਨੇ ਇਜਲਾਸ ਬੁਲਾਇਆ, ਚਾਹੇ ਆਮੋ ਸਾਹਮਣੇ ਕਾਂਗਰਸੀ ਤੇ ਆਪ ਵਾਲੇ ਹੋਣਗੇ, ਪਰ ਚਰਚਾ ਅਕਾਲੀ ਰਹਿਣਗੇ ਉੱਥੇ ਵੀ। ਸੋ ਇਸ ਸਭ ਦੇ ਦਰਮਿਆਨ ਜੀ ਜੇ ਸੁਖਬੀਰ ਬਾਦਲ ਧਰਾਤਲ ਤੇ ਨਿਕਲਣ ਲੱਗੇ ਨੇ, ਮੀਡੀਆ ਮੂਹਰੇ ਬੋਲਣ ਲੱਗੇ ਨੇ, ਬਿਕਰਮ ਮਜੀਠੀਆ ਵਾਲਾ ਮਾਮਲਾ ਚਰਚਾ 'ਚ ਹੈ, ਸੋ ਇਹਦਾ ਮਤਲਬ ਅਕਾਲੀ ਦਲ ਦੀ ਸਿਆਸਤ ਕਿਤੇ ਨਾ ਕਿਤੇ ਦੇਖਣ ਤਾਂ ਲੱਗੀ ਹੈ, ਚਾਹੇ ਉਹ ਧੱਕੇ ਨਾਲ ਆਮ ਆਦਮੀ ਪਾਰਟੀ ਲਿਆ ਰਹੀ ਹੋਵੇ ਧਰਾਤਲ ਤੇ, ਚਾਹੇ ਮਜਬੂਰੀ ਬਸ ਅਕਾਲੀਆਂ ਨੂੰ ਆਉਣਾ ਪੈ ਰਿਹਾ। ਪਰ ਇਹ ਸਿੱਕੇ ਦਾ ਦੂਆ ਪਹਿਲੂ ਜੀ, ਸੁਧਾਰ ਲਹਿਰ ਵਾਲੇ ਵੀ ਚਾਹੁੰਦੇ ਨੇ ਕਿ ਸਾਡੀ ਵੀ ਕੋਈ ਚਰਚਾ ਹੋਵੇ। ਸੁਧਾਰ ਲਹਿਰ ਵਾਲੇ ਕਹਿੰਦੇ ਨੇ ਕਿ ਸਾਨੂੰ ਵੀ ਦੇਖਿਆ ਪਰਖਿਆ ਜਾਵੇ, ਕਿਤੇ ਸਾਡਾ ਵੀ ਕੁਝ ਨਾਮਣਾ ਹੋਵੇ। ਪਰ ਉਹ ਅੱਜ ਕੱਲ ਹੈਗੇ ਨੇ 5 ਮੈਂਬਰੀ ਕਮੇਟੀ ਦੀ ਭਰਤੀ ਪ੍ਰਕਿਰਿਆ 'ਚ ਜੀ। ਨਾ ਉਹਨਾਂ ਕੋਲ ਕੋਈ ਢਾਂਚਾ, ਨਾ ਕੋਈ ਸੰਗਠਨ, ਨਾ ਕੋਈ ਪਾਰਟੀ, ਤੇ ਉਹ ਕਿਹਦੇ ਆਧਾਰ ਦੇ ਉੱਤੇ ਕਿਸੇ ਬਿਆਨ ਦੇਣ, ਕੋਈ ਲੜਾਈ ਲੜਨ, ਕੁਝ ਦੇਖਣ। ਇਸ ਲਈ ਉਹਨੂੰ ਕਾਹਲ 'ਚ ਨੇ ਕਿ ਫਟਾਫਟ ਢਾਂਚਾ ਬਣ ਜਾਵੇ। 5 ਮੈਂਬਰੀ ਕਮੇਟੀ ਆਪਣੀ ਬੜੀ ਸ਼ਿੱਦਤ ਨਾਲ ਕੰਮ ਕਰਦੀ ਤੁਰੀ ਆ ਰਹੀ ਹੈ ਤੇ ਹੁਣ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਵੀ ਰਫ਼ਤਾਰ, ਠੀਕ ਹੈ, ਉਹਨਾਂ ਨੇ ਵੀ ਤੈਅ ਕਰ ਲਿਆ ਵੀ ਕਿ ਅਗਸਤ ਦੇ ਵਿੱਚ ਨਵਾਂ ਢਾਂਚਾ ਬਣਾ ਕੇ, ਨਵੀਂ ਧਿਰ ਬਣਾ ਕੇ ਸਾਹਮਣੇ ਲਿਆ। 10 ਤਰੀਕ ਆਖਰੀ ਦਿਨ ਰੱਖਿਆ ਉਹਨਾਂ ਨੇ ਕਾਪੀਆਂ ਜਮ੍ਹਾਂ ਕਰਾਉਣ, 10 ਜੁਲਾਈ, ਠੀਕ ਹੈ। ਤੇ
ਹੁਣ ਤੱਕ ਸ਼ਾਇਦ 2 ਜਾਂ 3 ਜੁਲਾਈ ਤੱਕ ਦੀ ਜਾਣਕਾਰੀ ਸੀਗੀ, ਜਿਹਦੇ ਵਿੱਚ ਪਤਾ ਲੱਗ ਰਿਹਾ ਸੀਗਾ ਕਿ 8.5 ਲੱਖ ਦੇ ਕਰੀਬ ਦੀ ਮੈਂਬਰਸ਼ਿਪ ਉਹਨਾਂ ਕੋਲ ਆ ਲਈ। ਪ੍ਰਵੀਨ ਜੀ, ਜੇ ਇਹ ਨਕਲੀ ਦੀ ਬਜਾਏ ਅਸਲੀ ਹੈ, ਜਿਵੇਂ ਸੁਖਬੀਰ ਬਾਦਲ ਦੀ ਧਰਨੇ ਮੈਂਬਰਸ਼ਿਪ ਕੱਟੀ, ਸਭ ਨੂੰ ਪਤਾ ਕਿ ਉਹ ਇੱਕੋ ਜਥੇਦਾਰ ਨੇ, ਜ਼ਿਲ੍ਹਾ ਜਥੇਦਾਰ ਨੇ, ਜ਼ਿਲ੍ਹਾ ਪ੍ਰਧਾਨ ਨੇ, ਸਾਬਕਾ ਨੇ, ਆਪੇ ਕਾਪੀਆਂ ਕੱਟ ਕੇ ਪੈਸੇ ਜਮ੍ਹਾਂ ਕਰਾ ਤੇ ਕਿਹਾ ਚੱਕੋ ਜੀ, ਹੈ ਨਾ। ਉਹ ਜ਼ਿਆਦਾਤਰ ਇਹ ਹੋਇਆ। ਇੱਥੇ ਜੇ ਇਹ ਕਹਿੰਦੇ ਨੇ ਕਿ ਅਸੀਂ ਆਧਾਰ ਕਾਰਡ ਨਾਲ ਲਿਆ, ਵੋਟਰ ਕਾਰਡ ਨਾਲ ਲਿਆ, ਫੋਟੋ ਨਾਲ ਲਈ ਆ, ਪੂਰੇ ਦਸਤਾਵੇਜ਼ ਲਾਏ ਨੇ, ਪੂਰੇ ਪਰਫਾਰਮਾ ਭਰਿਆ, ਸਾਰੀ ਪ੍ਰਕਿਰਿਆ, ਜੇ ਉਸ ਪ੍ਰਕਿਰਿਆ ਤਹਿਤ 8.5 ਲੱਖ ਆ ਗਈ ਤੇ ਅਜੇ ਕਈ ਕਾਪੀਆਂ ਕਿੰਨੀਆਂ ਬਾਹਰ ਨੇ, ਤੇ ਜੇ 14-15 ਲੱਖ ਤੱਕ ਵੀ ਜਾਂਦੀ ਹੈ, ਜੈਨੂਨ ਤਾਂ ਬਹੁਤ ਹੈ। ਰੱਥ ਤੇ ਉਤਰਨ ਲਈ ਨਵੀਂ ਧਿਰ ਨੂੰ ਬਹੁਤ ਹੈ। ਬਾਕੀ ਤਾਂ ਵੋਟਰ ਹੁੰਦੇ ਆ ਨਾ, ਜਿਨ੍ਹਾਂ ਨੇ ਹਰ ਵਾਰ ਬਦਲਣਾ ਹੁੰਦਾ। ਸਹੀ ਗੱਲ ਹੈ, ਬਿਲਕੁਲ। ਸੋ ਇਸ ਲਈ 10 ਤਰੀਕ ਤੱਕ ਉਹਨਾਂ ਨੇ ਸਮਾਂ ਦਿੱਤਾ ਜੀ ਕਿ 10 ਤਰੀਕ ਤੱਕ ਜਿੰਨੀਆਂ ਵੀ ਕਾਪੀਆਂ ਜਮ੍ਹਾਂ ਕਰਾ ਦਿਓ। ਫਿਰ 11 ਜੁਲਾਈ ਤੋਂ 14 ਜੁਲਾਈ ਤੱਕ ਉਹਨਾਂ ਨੇ ਤਰੀਕਾਂ ਦੇ ਦਿੱਤੀਆਂ ਕਿ ਵੀ ਜਿਹੜੇ ਕਾਪੀ ਦੇ ਆਧਾਰ ਤੇ ਲੋਕਲ ਡੈਲੀਗੇਟ ਚੁਣਨੇ ਆ। ਸੋ ਇਸ ਲਈ 11 ਤੋਂ 14 ਜੁਲਾਈ ਤੱਕ ਉਹਨਾਂ ਦੇ ਜਿਹੜੇ ਸਰਕਲ ਡੈਲੀਗੇਟ ਨੇ ਕਾਪੀਆਂ ਦੇ ਆਧਾਰ ਦੇ ਉੱਤੇ, ਉਹ ਉਹਨਾਂ ਨੇ ਚੁਣ ਕੇ ਸਾਹਮਣੇ ਲਿਆ ਦੇਣੇ। ਫਿਰ ਸਰਕਲ ਡੈਲੀਗੇਟਾਂ ਨੇ ਅੱਗੇ ਹਲਕਾ ਬਾਈ ਇਜਲਾਸ ਬੁਲਾਉਣੇ ਆ, ਤੇ ਉਹਦੀ ਤਰੀਕ 15 ਜੁਲਾਈ ਤੋਂ 27 ਜੁਲਾਈ ਆ। 15 ਜੁਲਾਈ ਤੋਂ ਲੈ ਕੇ 27 ਜੁਲਾਈ ਤੱਕ 12-13 ਦਿਨਾਂ ਦੇ ਅੰਦਰ 117 ਹਲਕੇ ਪੂਰੇ ਕਰਨੇ। ਇਹਨਾਂ ਮਤਲਬ ਪੂਰੀ ਸਰਗਰਮੀ ਦਿਖੂਗੀ। 117 ਹਲਕੇ ਜੇ 12-13 ਦਿਨਾਂ ਚ ਗਾਉਣੇ ਆ। 5 ਮੈਂਬਰੀ ਕਮੇਟੀ ਆ, ਗੁਰਪ੍ਰਤਾਪ ਬਡਾਲਾ, ਮਨਪ੍ਰੀਤ ਇਆਲੀ, ਹੈ ਨਾ, ਸੰਤਾ ਸਿੰਘ ਉਮੈਦਪੁਰੀ, ਬੀਬੀ ਸਤਵੰਤ ਕੌਰ, ਇਕਬਾਲ ਸਿੰਘ ਝੁੰਦਾ, ਇਹ 5 ਮੈਂਬਰ ਹੋ ਸਕਦਾ ਕੱਲੇ ਜਾਣ ਤੇ ਇੱਕ ਦਿਨ ਚ 4-4, 5-5 ਬੈਠਕਾਂ ਲੈਣ, ਤੇ ਜਾਂ ਕਈ ਥਾਵਾਂ ਤੇ ਹੋ ਸਕਦਾ ਆਪ ਜਾਣ, ਇਹਨਾਂ ਸਰਕਲ ਡੈਲੀਗੇਟ ਕਰਨ, ਤੇ ਉਹ 12-13 ਦਿਨਾਂ ਦੇ ਵਿੱਚ 117 ਹਲਕਿਆਂ 'ਚ ਬੈਠਕਾਂ ਕਰਕੇ ਆਪਣੀ ਮੈਂਬਰਸ਼ਿਪ ਦੇ ਆਧਾਰ ਤੇ ਸਟੇਟ ਤੇ ਜ਼ਿਲ੍ਹਾ ਡੈਲੀਗੇਟ ਚੁਣ ਦੇਣਗੇ। ਤੇ ਜੇ 27 ਜੁਲਾਈ ਤੱਕ ਇਹਨਾਂ ਦੇ ਜ਼ਿਲ੍ਹਾ ਔਰ ਸਟੇਟ ਡੈਲੀਗੇਟ ਚੁਣੇ ਗਏ, ਜਿਹਦਾ ਮਤਲਬ ਫਿਰ ਆਮ ਇਜਲਾਸ ਦੇ ਵਿੱਚ ਪ੍ਰਧਾਨ ਤੇ ਬਾਕੀ ਬਸ ਅਹੁਦੇਦਾਰ ਚੁਣਨੇ ਰਹਿ ਗਏ। ਤੇ ਫਿਰ ਮੰਨਿਆ ਜਾ ਰਿਹਾ ਕਿ ਜੁਲਾਈ ਮੁੱਕਦਿਆਂ ਜਾਂ ਅਗਸਤ ਦੇ ਪਹਿਲੇ ਹਫ਼ਤੇ ਆਮ ਇਜਲਾਸ ਆ। ਠੀਕ ਹੈ। ਇਹ ਜਦੋਂ ਪ੍ਰਕਿਰਿਆ ਚੱਲ ਰਹੀ ਹੋਊਗੀ, ਮਤਲਬ 15 ਤੋਂ 27 ਜੁਲਾਈ ਵਾਲੀ, ਤਾਂ ਇਹਦੇ ਦਰਮਿਆਨ ਸ਼ਾਇਦ ਆਮ ਇਜਲਾਸ ਦੀ ਤਰੀਕ ਆ ਜੂਗੀ, ਜਿਹੜੀ ਮੰਨੀ ਜਾ ਰਹੀ ਹੈ ਕਿ ਉਹ 31 ਤਰੀਕ ਦੇ ਨੇੜੇ ਤੇੜੇ ਜਾਂ 3-4 ਤਰੀਕ ਦੇ ਅਗਸਤ ਦੇ ਨੇੜੇ ਤੇੜੇ ਹੋ ਸਕਦੀ। ਠੀਕ ਹੈ। ਸੋ ਜੇ ਪਹਿਲੇ ਜਾਂ ਦੂਜੇ ਹਫ਼ਤੇ ਤੱਕ ਇੱਕ ਨਵਾਂ ਅਕਾਲੀ ਦਲ, ਜਿਹੜਾ ਕਹਿੰਦਾ ਸੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ, ਦਿਸ਼ਾ ਨਿਰਦੇਸ਼ਾਂ ਅਨੁਸਾਰ ਬਣਾ ਕੇ ਆਏ ਆ, ਉਹ ਵੀ ਧਰਾਤਲ ਤੇ ਆ ਜਾਂਦਾ, ਤੇ ਫਿਰ ਇਹਦਾ ਮਤਲਬ ਅਕਾਲੀ ਸਿਆਸਤ ਦੀ ਰਫ਼ਤਾਰ ਫੜ ਰਹੀ ਹੈ ਜੀ। ਕੰਮ ਤਾਂ ਲੱਗ ਗਿਆ ਨਾ ਅਗਲੇ। ਤੇ ਫਿਰ ਉਹ ਮੁੱਦਿਆਂ ਤੇ ਵੀ ਬੋਲਣਗੇ। ਹੁਣ ਉਹ ਮੁੱਦੇ ਉਹਨਾਂ ਦੇ ਕਿਹੜੇ ਹੋਣਗੇ, ਇਹ ਦੇਖਣ ਵਾਲੀ ਗੱਲ ਹੋਊਗੀ ਕਿ ਉਹ ਪੰਜਾਬ ਦੇ ਮੁੱਦਿਆਂ ਤੇ ਬੋਲਣਗੇ ਕਿ ਪਹਿਲਾਂ ਦਫ਼ਤਰੀ ਮੁੱਦਿਆਂ ਤੇ, ਕੁਰਸੀਆਂ ਦੇ ਮੁੱਦਿਆਂ ਤੇ, ਚੋਣ ਨਿਸ਼ਾਨ ਦੇ ਮੁੱਦੇ ਤੇ ਪਹਿਲਾਂ ਅਕਾਲੀਆਂ ਨਾਲ ਲੜਨਗੇ ਕਿ ਪੰਜਾਬ ਦੇ ਮੁੱਦਿਆਂ ਨਾਲ ਸਰਕਾਰ ਨਾਲ ਟੱਕਰਾ ਲੈਣਗੇ। ਜੀ, ਕਿਹਦੇ ਨਾਲ ਉਹਨਾਂ ਨੇ ਭਿੜਨਾ ਨਵੇਂ ਰੂਪ ਦੇ ਵਿੱਚ ਆ ਕੇ, ਇਹ ਦੇਖਣ ਦੀ ਗੱਲ ਹੈ। ਸੋ ਇੰਤਜ਼ਾਰ ਕਾਲੇ ਨੇ ਜੀ ਖਾਸੇ ਕਈ ਲੀਡਰ ਤਾਂ, ਕਿਉਂਕਿ ਉੱਥੇ ਵੀ ਪ੍ਰਧਾਨ ਦੇ ਕਾਫੀ ਚਾਹਵਾਨ ਪੈਦਾ ਹੋ ਗਏ। ਜੀ ਸਹੀ ਗੱਲ। ਉੱਥੇ ਵੀ ਕਾਫੀ ਨਾਮ ਤਾਮ ਚੱਲ ਰਹੇ ਨੇ। ਰਖੜੇ ਦਾ ਨਾਮ ਵੀ ਚੱਲੀ ਜਾਂਦਾ ਹੈ, ਬੀਬੀ ਜਗੀਰ ਕੌਰ ਦਾ ਨਾਮ ਵੀ ਚੱਲੀ ਜਾਂਦਾ ਹੈ, ਮਤਲਬ ਕਿ ਖਾਲੜਾ ਸਾਹਿਬ ਦੀ ਧਰਮ ਪਤਨੀ ਦਾ ਨਾਮ ਵੀ ਚੱਲੀ ਜਾਂਦਾ ਹੈ, ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਵੀ ਚੱਲੀ ਜਾਂਦਾ ਹੈ ਨਾ, ਬਡਾਲਾ ਤੇ ਇਆਲੀ ਕੰਨੀ ਵੀ ਦੇਖੀ ਜਾਂਦੇ ਨੇ ਕਈ। ਸੋ ਇਸ ਲਈ ਉੱਥੇ ਵੀ ਕਾਫੀ ਦਾਅਵੇਦਾਰੀਆਂ ਪੈਦਾ ਹੋ ਰਹੀਆਂ ਨੇ। ਚੰਦੂ ਮਾਜਰੀ ਹੋਰਾਂ ਦੇ ਮਨ ਦੇ ਵਿੱਚ ਵੀ ਲੱਡੂ ਫੁੱਟ ਰਹੇ ਨੇ। ਸੋ ਇਸ ਲਈ ਉਹ ਕਾਸਾ ਕੁਸ ਹੈ। ਸੋ ਪਰ ਫਿਰ ਵੀ ਜੇ ਉਹ ਅਗਸਤ ਦੇ ਪਹਿਲੇ ਹਫ਼ਤੇ ਤੱਕ ਧਰਾਤਲ ਤੇ ਆ ਜਾਂਦੇ ਨੇ, ਫਿਰ ਉਹ ਮੁੱਦਿਆਂ ਤੇ ਬਿਆਨ ਦੇਣ ਜੋਗੇ ਹੋ ਜਾਣਗੇ, ਕਿਤੇ ਜਾ ਕੇ ਡੈਲੀਗੇਟ ਰੂਪ ਚ ਮਿਲਣ ਜੋਗੇ ਹੋ ਜਾਣਗੇ, ਕਿਤੇ ਮੰਗ ਪੱਤਰ ਦੇਣ ਜੋਗੇ ਹੋ ਜਾਣਗੇ, ਕਿਸੇ ਦਫ਼ਤਰ ਮੂਹਰੇ 4 ਜਣੇ ਝੰਡੇ ਲੈ ਕੇ ਬੈਠਣ ਜੋਗੇ ਹੋ ਜਾਣਗੇ। ਸੋ ਫਿਰ ਸਰਗਰਮ ਸਿਆਸਤ ਚ ਆ ਜਾਣਗੇ। ਸੋ ਅਕਾਲੀ ਸਿਆਸਤ ਵੱਖੋ-ਵੱਖ ਮਤਲਬ ਕੋਣਾਂ ਤੋਂ ਜੇ ਪਟੜੀ ਤੇ ਆਉਣ ਲਈ ਕਾਹਲੀ ਹੈ, ਧਰਾਤਲ ਤੇ ਉਤਰਨ ਲਈ ਕਾਹਲੀ ਹੈ, ਸਰਗਰਮ ਹੋ ਰਹੀ ਹੈ, ਤਾਂ ਇੱਕ ਜੇ ਸੰਗਠਨ ਬਣ ਕੇ ਪੂਰੇ ਰੂਪ ਸਾਹਮਣੇ ਆ ਜਾਏ, ਜਿਵੇਂ ਅਕਾਲੀ ਦਲ ਬਾਦਲ ਧਿਰ ਨੇ ਕਾਫੀ ਹੱਦ ਤੱਕ ਬਣਾ ਲਿਆ, ਤੇ ਉਹ ਵੀ ਜੇ ਬਣ ਜਾਂਦਾ, ਤੇ ਫਿਰ ਉਹ ਦੇਖਣ ਵਾਲੀ ਗੱਲ ਹੋਊਗੀ ਕਿ ਇੱਕੋ ਇਕੱਠੀ ਤਾਕਤ ਨਾਲ ਕੀ ਉਹ ਦਿੱਲੀ ਨਾਲ ਤੇ ਪੰਜਾਬ ਦੀ ਸਰਕਾਰ ਨਾਲ ਮੱਥਾ ਲਾਉਣਗੇ, ਕਿ ਪਹਿਲਾਂ ਆਪਸ ਵਿੱਚ ਮੱਥਾ ਲਾਉਣਗੇ ਕਿ ਚੋਣ ਨਿਸ਼ਾਨ ਮੈਨੂੰ ਦਿਓ, ਦਫ਼ਤਰ ਮੈਨੂੰ ਦਿਓ, ਇਹ ਮੇਰਾ, ਇਹ ਤੇਰਾ। ਸੋ ਇਹ ਦੇਖਣ ਵਾਲੀ ਗੱਲ ਹੋਊਗੀ। ਪਰ ਅਕਾਲੀ ਸਿਆਸਤ ਸਰਗਰਮੀ ਬਣ ਗਈ ਹੈ ਤੇ ਜਲਦੀ ਟਰੈਕ ਤੇ ਵੀ ਹੋਊਗੀ। ਇਹਦਾ ਫਾਇਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਹੋ ਸਕਦਾ। ਜੀ, ਕੱਲ ਜਾਂ ਪਰਸੋਂ ਹੀ ਤੁਸੀਂ ਜ਼ਿਕਰ ਕਰ ਰਹੇ ਸੀ ਸ਼ਰਮਾ ਜੀ, ਵੀ ਪੰਜਾਬ ਦੇ ਵਿੱਚ ਜਿੰਨੀਆਂ ਧਿਰਾਂ ਵੱਧ ਸਰਗਰਮ ਹੋਣਗੀਆਂ ਔਰ ਜਿਹੜੇ ਵੋਟਰ ਨੂੰ ਜ਼ਿਆਦਾ ਕਨਵਿੰਸ ਕਰਨੀਆਂ ਵੀ ਹਾਂ ਸਾਡਾ ਦਾਅਵਾ ਵੱਡਾ, ਸਾਡਾ ਦਾਅਵਾ ਮਜ਼ਬੂਤ ਹੈ, ਓਨਾ ਹੀ ਉਸ ਧਿਰ ਨੂੰ ਫਾਇਦਾ ਹੋਊਗਾ ਜਿਹੜੀ ਧਿਰ ਹਮੇਸ਼ਾ ਇਹ ਚਾਹੁੰਦੀ ਹੈ ਕਿ ਵੱਧ ਤੋਂ ਵੱਧ ਜਿਹੜੇ ਐਕਟਿਵ ਨੇ ਸਿਆਸੀ ਪਾਰਟੀਆਂ ਦੇ ਚਿਹਰੇ ਉਹ ਹੋਣ ਤੇ ਵੋਟ ਵੰਡੀ ਜਾਵੇ।
ਆਪਾਂ ਕੱਲ ਪਰਸੋਂ ਸ਼ਾਇਦ ਇਸ ਗੱਲ ਦਾ ਜ਼ਿਕਰ ਕਰ ਰਹੇ ਸੀਗੇ, ਸ਼ਾਇਦ ਉਸ ਥਿਊਰੀ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ ਇਹਨੂੰ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੱਧ ਤੋਂ ਵੱਧ ਉਹ ਫਰੰਟ, ਉਹ ਸਿਆਸੀ ਪਾਰਟੀਆਂ ਐਕਟਿਵ ਹੋਣਗੀਆਂ ਜਿਹੜੀਆਂ ਵੋਟ ਸ਼ੇਅਰ ਨੂੰ ਸਾਨ ਲਾਉਣਗੀਆਂ, ਪਰ ਸੱਤਾ ਤੱਕ ਸ਼ਾਇਦ ਉਹਨਾਂ ਦਾ ਪਹੁੰਚਣਾ ਔਖਾ ਹੋ ਜਾਊਗਾ ਜੀ। ਅਗਲੀ ਗੱਲ ਕਰੀਏ ਪੰਜਾਬ ਬੀਜੇਪੀ ਦੀ। ਪੰਜਾਬ ਬੀਜੇਪੀ, ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਬਹੁਤ ਕੁਝ ਹੋਇਆ, ਬਿੱਲ ਆਏ, ਬੀਜੇਪੀ ਲੀਡਰਾਂ ਦਾ ਵਿਰੋਧ ਹੋਇਆ, ਇਹਨਾਂ ਨੇ ਘਰਾਂ ਦੇ ਵਿੱਚ ਮੂਹਰੇ ਰੂੜੀਆਂ ਲਵਾ ਲਈਆਂ, ਪਰ ਗੱਲ ਬੀਜੇਪੀ ਦੀ ਕਰਦੇ ਰਹੇ, ਗੱਲ ਕਾਨੂੰਨਾਂ ਦੀ ਕਰਦੇ ਰਹੇ, ਕੱਪੜੇ ਵੀ ਪੜਵਾ ਲਏ ਕਿਸਾਨਾਂ ਤੋਂ, ਬਹੁਤ ਕੁਝ ਕਰਾ ਲਿਆ, ਗੱਡੀਆਂ ਵੀ ਬਣਵਾ ਲਈਆਂ। ਉਸ ਤੋਂ ਬਾਅਦ ਕਿਸਾਨ ਖਨੌਰੀ ਬੈਠੇ, ਸ਼ੰਭੂ ਬੈਠੇ, ਇਹਨਾਂ ਨੇ ਫੇਰ ਨਹੀਂ ਗੱਲ ਕੀਤੀ। ਪਰ ਅੱਜ ਕੱਲ੍ਹ ਹੇਜ ਦਿਖਾ ਰਹੇ ਆ। ਸਿਆਸਤਦਾਨ ਜਦੋਂ ਹੇਜ ਦਿਖਾਉਂਦਾ ਉਦੋਂ ਉਹਦੇ ਹੇਜ ਨੂੰ ਹੇਜ ਨਹੀਂ ਦੇਖਿਆ ਜਾਂਦਾ, ਹੇਜ ਦੇ ਪਿਛਲੀ ਪੋਲਿਟਿਕਸ ਨੂੰ ਦੇਖਿਆ ਜਾਂਦਾ। ਦੇਖੋ, ਪੰਜਾਬ ਬੀਜੇਪੀ ਇਸ ਮੌਕੇ ਪੰਜਾਬ ਦੇ ਮੁੱਦਿਆਂ ਤੇ ਸਰਗਰਮ ਹੋ ਰਹੀ ਹੈ, ਖਾਸ ਕਰਕੇ ਜਦ ਤੋਂ ਸੁਨੀਲ ਜਾਖੜ ਆਏ ਜੀ ਜੀ, ਉਹ ਪੰਜਾਬ ਦੀ ਤਸੀਰ ਤੋਂ ਕਾਫੀ ਹੱਦ ਤੱਕ ਵਾਕਫ ਜੀ। ਬਿਲਕੁਲ ਬਿਲਕੁਲ। ਤੇ ਇਸ ਲਈ ਉਹਨਾਂ ਨੂੰ ਮੁੱਦਿਆਂ ਨੂੰ ਐਡਰੈਸ ਕਰਨਾ ਆਉਂਦਾ ਤੇ ਸੁਲਝੇ ਹੋਏ ਰਾਜਨੀਤਿਕ ਲੀਡਰ ਨੇ ਤੇ ਉਹਨੂੰ ਪਤਾ ਕਿ ਕਿਹੜਾ ਮੁੱਦਾ ਚੱਕਣਾ। ਮਤਲਬ ਅਕਾਲੀ ਕਾਂਗਰਸੀਆਂ ਤੋਂ ਪਹਿਲਾਂ ਉਹ ਪੰਜਾਬ ਦੇ ਉਹ ਮੁੱਦੇ ਚੁੱਕ ਰਹੇ ਨੇ ਜਿਹਦੇ ਬੀਜੇਪੀ ਉਲਟ ਖੜਦੀ ਰਹੀ ਹੈ। ਸਹੀ ਸੀ, ਬਿਲਕੁਲ। ਜਿਹੜੇ ਦੇਖੋ, ਇਸ ਮੌਕੇ ਲੈਂਡ ਪੂਲਿੰਗ ਵਾਲਾ ਮੁੱਦਾ ਪੰਜਾਬ 'ਚ ਵੱਡਾ ਮੁੱਦਾ ਬਣ ਗਿਆ ਔਰ ਇਸ ਮੁੱਦੇ ਦੀ ਪਹਿਚਾਣ ਨਾ ਅਕਾਲੀ ਧਿਰਾਂ ਉਵੇਂ ਕਰ ਪਾ ਰਹੀਆਂ ਤੀਆਂ, ਨਾ ਕਾਂਗਰਸ ਕਰ ਪਾਈ, ਇੱਥੋਂ ਤੱਕ ਕਿ ਕਿਸਾਨ ਜਥੇਬੰਦੀਆਂ ਨਹੀਂ ਕਰ ਪਾਈਆਂ ਅਜੇ ਤੱਕ। ਸਹੀ ਗੱਲ। ਤੇ ਪਰ ਬੀਜੇਪੀ ਸਭ ਤੋਂ ਮੂਹਰੇ ਫਟਾਫਟ ਕਹਿੰਦੀ ਜੀ ਕਿਸਾਨਾਂ ਦਾ ਫਿਕਰ ਤਾਂ ਸਾਨੂੰ ਹੈ, ਅਸੀਂ ਬਚਾਉਣੀਆਂ ਜ਼ਮੀਨਾਂ। ਸਹੀ। ਜਾਖੜ ਸਾਹਿਬ ਕੱਲ ਚੰਡੀਗੜ੍ਹ 'ਚ ਰਾਜ ਭਵਨ ਦੇ ਬਾਹਰ ਖੜ ਕੇ ਕਹਿ ਰਹੇ ਸੀ ਬਸ 1.5 ਸਾਲ ਦਾ ਰਹਿ ਗਿਆ, ਫਿਕਰ ਨਾ ਕਰੋ 1.5 ਸਾਲ। ਮਤਲਬ ਕੌਨਫੀਡੈਂਸ ਕਮਾਲ। ਸਹੀ ਹੈ ਕਿ ਬਾਅਦ 1.5 ਸਾਲ ਹੈ, 1.5 ਸਾਲ ਬਾਅਦ ਥੋੜੀ ਇੰਚ ਜ਼ਮੀਨ ਨਹੀਂ ਜਾਣ ਦੇਾਂਗੇ। ਜਨਾਬ, ਇਹੀ ਜ਼ਮੀਨਾਂ ਦਿੱਲੀ ਖੋਣ ਲੱਗੀ ਸੀ ਬੀਜੇਪੀ, ਜਦ ਕਿਉਂ ਨਹੀਂ ਜਿੱਥੇ ਆਏ ਪੰਜਾਬ ਦੀ? ਬਿਲਕੁਲ। ਜਦੋਂ 3 ਖੇਤੀ ਕਾਨੂੰਨ ਆਏ ਸੀ, ਜਦ ਕਿੱਥੇ ਸੀ ਇਹ ਬੀਜੇਪੀ ਪੰਜਾਬ ਦੀ? ਠੀਕ ਹੈ, ਕੱਲਾ ਤੁਹਾਡਾ ਮੁਰਲਾ ਪਾਇਲਟ ਬਦਲ ਗਿਆ, ਬਾਕੀ ਤਾਂ ਜਹਾਜ਼ ਸਵਾਰੀਆਂ ਤਾਂ ਉਹੀ ਭਰੀਆਂ ਹੋਈਆਂ। ਜੀ ਜੀ, ਸਹੀ ਹੈ। ਪਿੱਛੇ ਤਾਂ ਬਾਕੀ ਸਾਰਾ ਬੀਜੇਪੀ ਲੀਡਰਸ਼ਿਪ ਉਹੀ ਹੈ। ਤੇ ਚਲੋ, ਹੁਣ ਕੱਲ ਰਾਜਪਾਲ ਨੂੰ ਮਿਲ ਕੇ ਆਏ ਤੇ ਉਹਨੂੰ ਮੰਗ ਪੱਤਰ ਦੇ ਕੇ ਆਏ ਜੀ। ਇਹ ਤੋਂ ਪਹਿਲਾਂ ਅਕਾਲੀ ਇਹ ਮੁੱਦਾ ਉਠਾ ਚੁੱਕੇ ਨੇ ਕਿ ਜੀ ਅਸੀਂ 15 ਤਰੀਕ ਤੋਂ 15 ਜੁਲਾਈ ਤੋਂ ਲੁਧਿਆਣੇ 'ਚ ਧਰਨਾ ਲਾਉਣਾ, 24,000 ਏਕੜ ਜਿਹੜੀ ਇਹ ਜ਼ਮੀਨ ਹੈ, ਉਹ ਤੋਂ ਬਿਨਾਂ ਜਿਹੜੀ ਬਾਕੀ ਜ਼ਮੀਨ ਹੈ 40,000 ਏਕੜ ਹੈ ਜੀ, 10,000 ਕਰੋੜ ਇਕੱਠਾ ਕਰਨਾ ਜੀ ਆਮ ਆਦਮੀ ਪਾਰਟੀ ਨੇ, ਅਸੀਂ 19 ਥਾਵਾਂ ਤੇ ਧਰਨੇ ਲਾਵਾਂਗੇ। ਸੋ ਅਕਾਲੀ ਦਲ ਵੀ ਇਸ ਮੁੱਦੇ ਨੂੰ ਕੈਸ਼ ਕਰਨ ਨੂੰ ਫਿਰਦੇ ਨੇ। ਪਰ ਬੀਜੇਪੀ ਦੀ ਬਜਾਏ ਜੇ ਮੈਂ ਸੁਨੀਲ ਜਾਖੜ ਦਾ ਹੀ ਨਾਂ ਲਵਾਂ ਤਾਂ ਮੈਨੂੰ ਲੱਗਦਾ ਜ਼ਿਆਦਾ ਸਹੀ ਹੋਊਗਾ ਕਿ ਸੁਨੀਲ ਜਾਖੜ ਅਕਾਲੀ ਦਲ ਨਾਲੋਂ ਵੀ 2 ਕਦਮ ਅੱਗੇ ਨਿਕਲ ਗਏ। ਉਹਨਾਂ ਨੇ ਇਸ ਮੁੱਦੇ ਨੂੰ ਜਥੇਬੰਦੀਆਂ ਨੂੰ ਵੀ ਪਿੱਛੇ ਛੱਡ ਕੇ, ਕਾਂਗਰਸ ਤੇ ਅਕਾਲੀ ਸਿਆਸਤ ਨੂੰ ਵੀ ਪਿੱਛੇ ਛੱਡ ਕੇ, ਮਤਲਬ ਉਹਨਾਂ ਪਿੰਡਾਂ ਦੇ, ਲੁਧਿਆਣਾ ਖੇਤਰ ਦੇ ਉਹਨਾਂ ਪਿੰਡਾਂ ਦੇ ਪੰਚਾਂ, ਸਰਪੰਚਾਂ, ਮੌਤਬਰ ਬੰਦਿਆਂ ਨੂੰ ਨਾਲ ਲੈ ਕੇ ਰਾਜਪਾਲ ਦੇ ਬੂਹੇ ਤੇ ਆ ਗਏ। ਇਹਦਾ ਮਤਲਬ ਉਹ ਤਿਆਰੀ ਕਰਕੇ ਆਏ ਜੀ। ਤੇ ਉਹ ਇਹ ਦਸਾਉਣਾ ਚਾਹੁੰਦੇ ਨੇ ਕਿ ਵੀ ਪੰਜਾਬ ਦੇ ਕਿਸਾਨਾਂ ਨੂੰ ਜੇ ਕੋਈ ਬਚਾ ਸਕਦਾ ਤਾਂ ਹੁਣ ਅਸੀਂ ਬਚਾ ਸਕਦੇ ਹਾਂ, ਡਬਲ ਇੰਜਨ ਸਰਕਾਰ ਬਚਾ ਸਕਦੀ। ਮਤਲਬ ਕਿਸੇ ਸਮੇਂ ਨਾ ਆਮ ਆਦਮੀ ਪਾਰਟੀ ਸਵਰਾਜ ਦੀ ਕਾਪੀ ਚੱਕ ਕੇ ਘੁੰਮਦੀ ਹੁੰਦੀ, ਸਵਰਾਜ ਦੀ ਕਿਤਾਬ ਦਿਖਾਉਂਦੇ ਸੀ। ਹਾਂਜੀ ਹਾਂਜੀ। ਹੁਣ ਉਹ ਸਵਰਾਜ ਦੀ ਕਿਤਾਬ ਵਾਲੇ 8 ਜੁਲਾਈ ਨੂੰ ਕਿਤਾਬ ਰਿਲੀਜ਼ ਸਮਾਗਮ ਹੈ ਚੰਡੀਗੜ੍ਹ ਦੇ ਵਿੱਚ। ਕੇਜਰੀਵਾਲ ਦੇ ਉੱਤੇ ਕਿਤਾਬ ਲਿਖੀ ਗਈ ਹੈ, ਕੇਜਰੀਵਾਲ ਮਾਡਲ। ਠੀਕ ਹੈ, ਅੱਛਾ। ਮਤਲਬ ਤੁਹਾਡੀ ਕਹਿਣੀ ਕੁਛ ਸੀ, ਕਰਨੀ ਕੁਛ ਹੈ। ਸਹੀ ਗੱਲ ਹੈ, ਬਿਲਕੁਲ। ਉਸੇ ਤਰ੍ਹਾਂ ਬੀਜੇਪੀ ਕਾਰਪੋਰੇਟ ਘਰਾਣਿਆਂ ਦੀ ਧਿਰ ਹੈ ਤੇ ਕਿਸਾਨੀ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੇ ਨੇ ਕਿਸਾਨਾਂ ਦੀ। ਕਮਾਲ ਦੀ ਸਕ੍ਰਿਪਟ ਹੈ। ਸਹੀ ਗੱਲ ਹੈ, ਬਿਲਕੁਲ। ਜੇ ਸੱਚਮੁੱਚ ਪੰਜਾਬ ਬੀਜੇਪੀ ਨੂੰ ਲੱਗਦਾ ਕਿ ਕਿਸਾਨਾਂ ਨਾਲ ਦੇਸ਼ 'ਚ ਧੱਕਾ ਹੋ ਰਿਹਾ, ਸੂਬੇ 'ਚ ਧੱਕਾ ਹੋ ਰਿਹਾ, ਤਾਂ ਚਲੋ ਨਾ MSP ਲਈ ਮੋਦੀ ਦੇ ਘਰੇ ਵੀ ਫਿਰ ਲਾਓ ਧਰਨਾ। ਜੀ ਜੀ ਜੀ। ਭਾਰਤਮਾਲਾ ਪ੍ਰੋਜੈਕਟ ਰਾਹੀਂ ਜਿਹੜੀਆਂ ਧੱਕੇ ਨਾਲ ਜ਼ਮੀਨਾਂ ਪੁਲਿਸ ਦੇ ਡੰਡੇ ਦੇ ਜ਼ੋਰ ਤੇ ਖਾਲੀ ਕਰਾ ਰਹੇ ਹੋ, ਨਾ ਮੁੱਲ ਪੂਰਾ ਤਾਰ ਰਹੇ ਹੋ, ਨਾ ਅਦਾਇਗੀ ਸਮੇਂ ਸਿਰ ਕਰ ਰਹੇ ਹੋ, ਨਾ ਫਸਲਾਂ ਉਜਾੜ ਰਹੇ ਹੋ, ਕਹੋ ਨਾ ਫਿਰ ਉੱਥੇ ਧਰਨਾ ਕਰੋ ਭਾਰਤਮਾਲਾ ਪ੍ਰੋਜੈਕਟ ਦਾ ਵਿਰੋਧ। ਕਹੋ ਨਾ ਕੇਂਦਰ ਨੂੰ ਕਿ ਜੀ ਪਾਣੀਆਂ ਦੀ ਵੰਡ ਉਵੇਂ ਹੀ ਕਰੋ ਜਿਵੇਂ ਬਾਕੀ ਸੂਬਿਆਂ ਨਾਲ ਹੋਈ ਹੈ। ਕਹੋ ਨਾ ਕੇਂਦਰ ਨੂੰ ਕਿ ਚੰਡੀਗੜ੍ਹ ਪਹਿਲਾਂ ਪੰਜਾਬ ਨੂੰ ਦਿਓ ਜੀ, ਬਾਕੀ ਗੱਲਾਂ ਫੇਰ ਕਰਾਂਗੇ, ਅਸੀਂ ਫੇਰ ਲੜਾਈ ਲੜਾਂਗੇ ਪੰਜਾਬ 'ਚ ਬੀਜੇਪੀ ਵੱਲੋਂ। ਸਹੀ ਸਹੀ ਸਹੀ। ਤਾਂ ਜਿਹੜਾ ਕੇਂਦਰ ਦੇ ਖਿਲਾਫ ਹੈ ਗੱਲ ਜਾਂਦੀ, ਉੱਥੇ ਨਹੀਂ ਕੁਸਕਣਾ। ਸਿਰਫ ਮੌਕੇ ਦੀ ਨਜਾਕਤ ਹੈ। ਇਹ ਹੇਜ ਕਿਸਾਨੀ ਨਾਲ ਨਹੀਂ, 2027 ਦੀ ਕੁਰਸੀ ਨਾਲ ਜੀ। ਔਰ ਮੈਨੂੰ ਕਦੇ ਕਦੇ ਇਹ ਵੀ ਲੱਗਦਾ ਕਿ ਸਕ੍ਰਿਪਟ ਸਾਂਝੀ ਲਿਖ ਕੇ ਆ ਰਹੀ ਹੈ, ਸੁਖਬੀਰ ਕੋਲ ਵੀ ਉਹੀ ਆ ਰਹੀ ਆ, ਜਾਖੜ ਕੋਲ ਵੀ ਉਹੀ ਆ ਰਹੀ। ਸਹੀ ਗੱਲ ਕਿ ਦੋਏ ਇੱਕੋ ਏਜੰਡੇ ਤੇ ਅਚਾਨਕ ਜੇ ਆਏ ਨੇ ਤਾਂ ਇਹ ਸਬੱਬੀ ਹੈ।
ਜਾਂ ਇਹਨਾਂ ਨੂੰ ਤੈਅ ਕਰਕੇ ਦਿੱਤਾ ਗਿਆ? ਮਤਲਬ ਅਜੇ ਤੱਕ ਕਿਸਾਨ ਜਥੇਬੰਦੀਆਂ ਇਸ ਮਸਲੇ ਤੇ ਕੋਈ ਰਣਨੀਤੀ ਨਹੀਂ ਬਣਾ ਪਾਈਆਂ, ਦੇਰ ਹੋ ਗਈ ਉਹਨਾਂ ਨੂੰ। ਜੀ ਜੀ ਮੈਨੂੰ ਇਹ ਲੱਗਦਾ ਕਿ ਪੰਜਾਬ ਸਰਕਾਰ ਨੇ, ਭਗਵੰਤ ਮਾਨ ਦੀ ਧਿਰ ਨੇ ਇਹ ਲੈਂਡ ਪੂਲਿੰਗ ਵਾਲੀ ਸਕੀਮ ਉਸੇ ਸਮੇਂ ਤਿਆਰ ਕਰ ਲਈ ਸੀ ਜਦੋਂ ਕਿਸਾਨਾਂ ਨੂੰ ਅੰਦੋਲਨ ਚੋਂ ਭਜਾਇਆ, ਇੱਥੇ ਸ਼ੰਭੂ ਰਖਨੌਰੀ ਤੋਂ ਟਰਾਲੀਆਂ ਖੋਹੀਆਂ, ਉਹਨਾਂ ਨਾਲ ਜ਼ਬਰ ਜਨਾਹ ਕੀਤਾ, ਸਾਰਾ ਕੁਝ ਜੀ ਇਹ ਉੱਥੇ ਹੀ ਕਰ ਲਈ ਸੀ ਕਿ ਪਹਿਲਾਂ ਇਹਨਾਂ ਨੂੰ ਖੀਰੂ ਕਰੋ, ਜੋ ਕੰਮ ਮੋਦੀ ਨਹੀਂ ਕਰ ਸਕਿਆ ਉਹ ਆਪਾਂ ਕਰੋ, ਤੇ ਉਸ ਤੋਂ ਬਾਅਦ ਚੰਡੀਗੜ੍ਹ ਨਾਲ ਧਰਨਾ ਲਾਉਣ ਦਿਓ, ਰਾਹ ਚੋਂ ਚੱਕ ਲਓ, ਪਿੰਡਾਂ ਚੋਂ ਚੱਕ ਲਓ, ਤਾਂ ਕਿ ਮੁੜ ਕੇ ਸੰਗਠਿਤ ਹੋਣ ਲੱਗਿਆ 4 ਵਾਰ ਸੋਚਣ। ਜੀ ਤੇ ਆਪਾਂ ਲੈਂਡ ਪੂਲਿੰਗ ਰਾਹੀਂ ਨੋਟਿਸ ਜਾਰੀ ਹੋ ਗਏ ਜੀ, ਅਖਬਾਰਾਂ 4-4 ਪੰਨਿਆਂ ਦੇ ਇਸ਼ਤਿਹਾਰ ਆ ਗਏ, ਤੇ ਹੁਣ ਐਸਕੇਐਮ ਕਹਿ ਰਿਹਾ ਜੀ ਅਸੀਂ ਬੈਠਕ ਕਰਾਂਗੇ ਜੀ, ਅਸੀਂ ਇਹਦੇ ਬਾਰੇ ਬਾਚਾਂਗੇ ਜੀ। ਜਦ ਤਾਂ ਕੰਮ ਹੋ ਗਿਆ ਭਾਈ, ਠੀਕ ਹੈ, ਜਦੋਂ ਵੀ ਧਰਾਤਲ ਤੇ ਉਤਰੋਗੇ, ਲੜਾਈ ਜੇ ਸੜਕ ਤੇ ਲੜੋਗੇ ਤਾਂ ਕੁਝ ਵੀ ਵਾਪਸ ਹੋ ਸਕਦਾ, 3 ਖੇਤੀ ਕਾਨੂੰਨ ਵਾਪਸ ਹੋ ਸਕਦੇ ਨੇ, ਉਦੋਂ ਵੱਡਾ ਤਾਂ ਨਹੀਂਗਾ, ਸਹੀ ਗੱਲ ਹੈ, ਬਿਲਕੁਲ, ਹੈ ਨਾ। ਪਰ ਦੇਰ ਕਿਉਂ ਲੱਗੀ ਸਮਝਣ ਨੂੰ ਤੁਹਾਨੂੰ? ਤੇ ਦੂਆ ਜਿਹੜੇ ਆਪਣੇ ਆਪ ਨੂੰ ਗੈਰ ਰਾਜਨੀਤਿਕ ਐਸਕੇਐਮ ਕਹਿੰਦਾ, ਉਹਦਾ ਅਜੇ ਤੱਕ ਫੰਡਾਂ 'ਚ ਲੜੀ ਜਾਂਦਾ, ਸਹੀ, ਮੇਰੇ ਪੈਸੇ ਆ ਖਾ ਗਿਆ, ਉਹਦੇ ਪੈਸੇ ਆ ਖਾ ਗਿਆ, ਹਿਸਾਬ ਤੇ ਉਹਦਾ ਹਿਸਾਬ ਤੇ, ਤਾਂ ਅੱਜ ਤੱਕ ਉੱਥੇ ਉਲਝਿਆ। ਉਹਨਾਂ ਦਾ ਕੋਈ ਇਸ ਮਸਲੇ ਤੇ ਉਹ ਨਹੀਂਗਾ। ਸੋ ਲੈਂਡ ਪੂਲਿੰਗ ਵਾਲਾ ਮੁੱਦਾ ਪੰਜਾਬ ਦੀ 2027 ਦੀ ਚੋਣ 'ਚ ਵੱਡਾ ਮੁੱਦਾ ਬਣੂਗਾ, ਔਰ ਮਜਬੂਰੀ ਬਸ ਹੋ ਸਕਦਾ ਕਾਂਗਰਸ ਨੂੰ ਵੀ ਇਹਦੇ ਤੇ ਵੀ ਆਉਣਾ ਪੈ ਜਾਵੇ, ਸਹੀ ਗੱਲ ਹੈ ਨਾ। ਤੇ ਅਕਾਲੀ ਦਲ ਤੇ ਬੀਜੇਪੀ ਜੇ ਇਸ ਏਜੰਡੇ ਤੇ ਇਕੱਠਿਆਂ ਚੰਡੀਗੜ੍ਹੋਂ ਤੁਰ ਰਹੇ ਨੇ, ਤੇ ਲੁਧਿਆਣੇ ਜਾ ਕੇ ਜੇ ਚੌਂਕ 'ਚ ਇਕੱਠੇ ਹੋ ਜਾਂਦੇ ਨੇ, ਜਾਂ ਤਾਂ ਇੱਥੋਂ ਹੀ ਗਠਬੰਧਨ ਦਾ ਗੱਠਜੋੜ ਦਾ ਰਾਹ ਨਿਕਲਦਾ। ਹਾਂਜੀ ਹਾਂਜੀ, ਜਦੋਂ ਸਕ੍ਰਿਪਟਾਂ ਇੱਕ ਮਿਲ ਰਹੀਆਂ ਫਿਰ ਅੱਗੇ ਗੱਠਜੋੜ ਦੇ ਰਾਹ ਕਿਉਂ ਨਾ ਖੁੱਲਣਗੇ। ਤੇ ਨਾਲੇ ਜਿਹੜੇ ਜੇ ਉਹ ਪੋਲਿਟਿਕਸ ਕਰ ਸਕਦੇ ਨੇ, ਜਿਹੜੇ ਖੁਦ ਜਿਨ੍ਹਾਂ ਨੇ ਮੁੱਢ ਬੰਨਿਆ, ਜਿਵੇਂ ਤੁਸੀਂ ਅਕਾਲੀ ਦਲ ਦਾ ਜ਼ਿਕਰ ਕਰ ਰਹੇ ਸੀ, ਫਿਰ ਕਾਂਗਰਸੀਆਂ ਨੂੰ ਵੀ ਮਜਬੂਰ ਕਹਿ ਲਓ ਕਰਨਾ ਤਾਂ ਪੈਣਾ ਹੀ ਹੈ ਇਹਦੇ ਤੇ ਸੰਘਰਸ਼। ਤੇ ਜਾਂਦੇ ਗੱਲ ਕਰੀਏ ਪੰਜਾਬ ਕਾਂਗਰਸ ਦਾ, ਤੁਸੀਂ ਜ਼ਿਕਰ ਕਰ ਹੀ ਦਿੱਤਾ ਹੈ, ਕਹਿੰਦੇ ਰਾਹੁਲ ਗਾਂਧੀ ਨੇ ਇਹਨਾਂ ਦੇ ਨਾਲ ਬੋਲਚਾਲ ਵੀ ਬੰਦ ਕੀਤੀ ਹੈ। ਪਹਿਲਾਂ ਰਾਹੁਲ ਗਾਂਧੀ ਅੰਮ੍ਰਿਤਸਰ ਸਾਹਿਬ ਆਏ ਸੀ, ਸੇਵਾ ਕਰਕੇ ਚਲੇ ਗਏ, ਉਹ ਕਹਿੰਦੇ ਮੇਰੇ ਕੋਲ ਨਾ ਕੋਈ ਬੋੜੇ ਇੱਥੇ। ਰਾਹੁਲ ਗਾਂਧੀ ਹੋਰਾਂ ਨੂੰ ਮਿਲਣ ਗਏ ਸੀ ਜੀ, ਠੀਕ ਆ। ਅਸਲ 'ਚ ਝਟਕੇ ਤਾਂ ਤੁਸੀਂ ਇੱਥੋਂ ਹੀ ਲਾ ਲਓ ਨਾ, ਕਿ ਜਦੋਂ ਚੋਣ ਹਾਰੇ ਲੁਧਿਆਣੇ ਵਾਲੀ, ਉਸ ਤੋਂ ਬਾਅਦ ਭਾਰਤ ਭੂਸ਼ਣ ਵਾਲਾ ਜਿਹੜਾ ਧੜਾ ਸੀ, ਉਹਨੂੰ ਲੱਗਦਾ ਸੀ ਕਿ ਆਪਾਂ ਅਸਤੀਫੇ ਦੇ ਕੇ ਪੂਰੀ ਯੂਨਿਟ ਭੰਗ ਕਰਾ ਦਾਂਗੇ ਤੇ ਨਵੇਂ ਸਿਰੇ ਪ੍ਰਧਾਨ ਪ੍ਰਧੂਨ ਬਣ ਜੂਗਾ, ਚਲੋ ਹੈ ਨਾ, ਰਾਜਾ ਵੜਿੰਗ ਦੀ ਛੁੱਟੀ ਦਾ ਕਰਾਈਏ, ਇਹਦੇ ਕਰਕੇ ਚੋਣ ਹਾਰ ਕੇ ਉਹਨਾਂ ਨੇ ਅਸਤੀਫੇ ਦਿੱਤੇ ਤੇ ਹਾਈ ਕਮਾਂਡ ਨੇ ਪ੍ਰਵਾਨ ਕਰਕੇ ਉਹ ਮਾਰੇ ਕਿ ਤੁਸੀਂ ਕਿਹੜਾ ਸਹੀ ਕੰਮ ਕੀਤਾ, ਚੱਕੋ। ਜੀ 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 ਬਿਲਕੁਲ। ਤੇ ਇੱਧਰ ਦੂਸਰਾ ਧੜਾ ਜਿਹੜਾ ਪ੍ਰਤਾਪ ਬਾਜਵਾ, ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ, ਇਹ ਕਹਿੰਦੇ ਦਿੱਲੀ ਗਏ ਸੀ ਜੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ, ਠੀਕ ਹੈ। ਤੇ ਚਲੋ ਜੀ, ਇਹਨਾਂ ਨੂੰ ਲੱਗਾ ਕਿ ਆਪਾਂ ਵੀ ਤਾਂ ਕੰਮ ਕਰਾ ਦਿੱਤਾ ਕਿ ਜਿਹੜੇ ਭਾਰਤ ਭੂਸ਼ਣ ਆਸ਼ੂ ਨੇ ਬੰਦੇ ਸ਼ਾਮਲ ਕੀਤੇ ਸੀ, ਆਪਾਂ ਉਹ ਸ਼ਾਮਲ ਨਹੀਂ ਹੋਣ ਦਿੱਤੇ, ਹੁਣ ਬਾਅਦ ਚੋਂ ਉਹ ਕਾਂਗਰਸੀ ਨਹੀਂ ਬਣ ਦਿੱਤੇ, ਆਪਣੀ ਵੀ ਪੁੱਗ ਗਈ, ਇਸ ਲਈ ਆਪਾਂ ਦੁਬਾਰਾ ਜਾਈਏ, 2027 ਦੀ ਕਰਨਗੀਆਂ, ਸ਼ਾਇਦ ਆਪਣੀ ਲੱਗਣਗੀਆਂ, ਠੀਕ ਹੈ। ਕਿ ਉੱਥੇ ਕਹਿੰਦੇ ਜੀ ਰਾਹੁਲ ਗਾਂਧੀ ਨੇ ਮੁਲਾਕਾਤ ਕਰਨ ਤੋਂ ਇਨਕਾਰ ਕਰਤਾ, ਇਹਨਾਂ ਨਾਲ ਗੱਲ ਵੀ ਨਹੀਂ ਕਰ ਰਹੇ। ਉਹਨਾਂ ਨੇ ਜਿਹੜੇ ਆਪਣੇ ਪਰਿਵਾਰਕ ਮੈਂਬਰ ਨੇ, ਕਿਸ਼ੋਰੀ ਲਾਲ ਨੇ, ਜਿਹੜੇ MP ਵੀ ਬਣੇ ਨੇ, ਇਹਨਾਂ ਨੇ ਸੀਟ ਤੋਂ ਸ਼ਾਇਦ ਉਹਨਾਂ ਨੂੰ ਜ਼ਿੰਮੇਵਾਰੀ ਦੇ ਦਿੱਤੀ ਕਿ ਤੁਸੀਂ ਇਹਨਾਂ ਨਾਲ ਗੱਲ ਕਰੋ ਤੇ ਇਹਨਾਂ ਨੂੰ ਸਮਝਾ ਦਿਓ ਕਿ ਜੇ ਕਰਨਾ ਕੰਮ ਤਾਂ ਜਾ ਕੇ ਪਾਰਟੀ ਲਈ ਕਰੋ, ਜੇ ਆਈ ਅਹੁਦਿਆਂ ਲਈ ਕਰਦੇ ਫਿਰਨਾ ਫਿਰ ਕੁਝ ਨਹੀਂ ਬਣਨਾ ਤੁਹਾਡਾ। ਪਤਾ ਇਹ ਲੱਗਿਆ ਕਿ ਰਾਹੁਲ ਗਾਂਧੀ ਪਿਛਲੇ ਸਾਲ 1.5 ਸਾਲ ਤੋਂ ਹਰਿਆਣਾ ਦੇ ਵਿੱਚ ਭੁਪਿੰਦਰ ਹੁੱਡਾ ਤੇ ਸ਼ੈਲਜਾ ਨਾਲ ਨਾ ਮੁਲਾਕਾਤ ਕਰ ਰਹੇ ਨੇ, ਨਾ ਉਹਨਾਂ ਦਾ ਫੋਨ ਤੱਕ ਸੁਣਦੇ ਨੇ, ਚੁੱਕਦੇ ਨੇ, ਠੀਕ ਹੈ। ਤੇ ਅਜੇ ਤੱਕ ਉੱਥੇ ਸਰਕਾਰ ਬਣੀ ਨੂੰ 1.5 ਸਾਲ ਹੋ ਚੱਲਿਆ, ਤੇ ਉੱਥੇ ਅਜੇ ਤੱਕ ਮਤਲਬ ਕਿ ਹਰਿਆਣੇ ਨੂੰ ਵਿਰੋਧੀ ਧਿਰ ਦਾ ਲੀਡਰ ਨਹੀਂ ਦੇ ਸਕੀ ਕਾਂਗਰਸ। ਉਹ ਇਹੀ ਕਰਨਾ ਕਿ ਰਾਹੁਲ ਗਾਂਧੀ ਨੇ ਉਹਦਾ ਪੱਲੇ ਛੱਡ ਸਕਦੇ, ਜਾਓ ਭਾਜੋ, ਜੋ ਕਰਨਾ ਕਰੋ, ਤੁਸੀਂ ਸੁਣਦੇ ਤਾਂ ਹੈ ਨਹੀਂ। ਸਹੀ ਹੈ। ਤੇ ਇਸੇ ਤਰ੍ਹਾਂ ਪਤਾ ਲੱਗਿਆ ਕਿ ਬਰੰਗ ਮੁੜਿਆ ਏ, ਗਏ ਸੀ ਮੋਹਰਾਂ ਲਵਾਉਣ ਚਿੱਠੀ ਤੇ, ਅਗਲੇ ਨੇ ਬਰੰਗ ਮੋੜ ਦੇ ਕਿ ਮੈਂ ਨਹੀਂ ਕੋਈ ਗੱਲ ਕਰਨੀ ਤੁਹਾਡੇ ਨਾਲ, ਪਹਿਲਾਂ ਇੱਕ ਹੋ ਜਾਓ ਜਾ ਕੇ ਫਿਰ ਗੱਲ ਕਰਾਂਗੇ, ਨਹੀਂ ਜਾਓ ਜੇ ਇਹੀ ਫਿਰਨਾ ਫਿਰੀ ਜਾਓ। ਸਹੀ ਹੈ। ਤੇ ਸੁਖਜਿੰਦਰ ਰੰਧਾਵਾ ਦੀ ਪੋਸਟ ਇਸ ਗੱਲ ਨੂੰ ਹੋਰ ਪੱਕਾ ਕਰਦੀ ਹੈ। ਸੁਖਜਿੰਦਰ ਰੰਧਾਵਾ ਨੇ ਕੱਲ ਪੋਸਟ ਪਾਈ ਕਿ ਕਾਂਗਰਸੀ ਪਹਿਲਾਂ ਸਰਕਾਰ ਤਾਂ ਬਣਾ ਲੈਣ, ਫਿਰ ਮੁੱਖ ਮੰਤਰੀ ਬਣਨਗੇ, ਪਹਿਲਾਂ ਇੱਕ ਤਾਂ ਹੋ ਜਾਣ, ਫਿਰ ਪਹਿਲਾਂ ਸਾਰੇ ਮੁੱਖ ਮੰਤਰੀ ਬਣ। ਮਤਲਬ ਆਪਾਂ ਪਹਿਲਾਂ ਹੀ ਗੱਲ ਕਰਦੇ ਹਾਂ ਕਿ 12 ਇੱਧਰ ਕਹਿੰਦੇ ਜੀ ਚੰਨੀ ਧੜਾ ਜੀ, ਚੰਨੀ ਧੜੇ ਦੇ ਵਿੱਚ ਚੰਨੀ ਮੁੱਖ ਮੰਤਰੀ ਦਾ ਦਾਅਵੇਦਾਰ, ਪ੍ਰਗਟ ਸਿੰਘ ਪ੍ਰਧਾਨ ਦਾ ਦਾਅਵੇਦਾਰ ਹੈ, ਰਾਣਾ ਗੁਰਜੀਤ ਫਾਈਨਾਂਸਰ ਇਹਨਾਂ ਦਾ, ਤੇ ਵੈਸੇ ਇੱਛਾ ਉਹ ਵੀ ਰੱਖਦਾ ਕਿ ਪ੍ਰਧਾਨਗੀ ਮੈਨੂੰ ਮਿਲ ਜਾਵੇ ਜੇ ਜੀ, ਮੁੱਖ ਮੰਤਰੀ ਦਾਅਵੇਦਾਰ ਬਣ ਜਾ, ਕੀ ਹਰਜਾ ਹੈ ਨਾ। ਭਾਰਤ ਭੂਸ਼ਣ ਆਸ਼ੂ ਕਹਿੰਦਾ ਵੀ ਜੇ ਜਾਖੜ ਦਾ ਨਾਂ ਚੱਲ ਸਕਦਾ ਕਿਸੇ ਸਮੇਂ, ਮੇਰਾ ਨਾਮ ਕਿਉਂ ਚੱਲ ਸਕਦਾ, ਮੈਂ ਵੀ ਦਾਅਵੇਦਾਰ। ਸੋ ਸਾਰੇ ਮੁੱਖ ਮੰਤਰੀ ਦੇ ਉਮੀਦਵਾਰ ਨੇ। ਤੇ ਇੱਧਰ ਦੂਆ ਧੜਾ ਕਹਿੰਦੇ ਜੀ ਹੁਣ ਰਾਜਾ ਵੜਿੰਗ, ਪ੍ਰਤਾਪ ਬਾਜਵਾ ਤੇ ਸੁਖਜਿੰਦਰ ਦਾ ਵਾਲਾ ਇਕੱਠਾ ਹੋ ਗਿਆ। ਕਿਹੜਾ ਧੜਾ ਭਰਾਵਾ, ਤਿੰਨੇ ਮੁੱਖ ਮੰਤਰੀ ਬਣਨ ਨੂੰ ਫਿਰਦੇ ਨੇ। ਸਹੀ ਗੱਲ, ਤਿੰਨੇ ਆਪਣੇ ਆਪ ਨੂੰ ਮੰਨ ਕੇ ਤੁਰਦੇ ਨੇ। ਸੋ ਇਸ ਲਈ ਕਾਂਗਰਸ ਤਾਂ 5-4 ਹੋਰ ਹੋਣਗੇ, ਜੇ ਆਪਾਂ ਤਾਂ ਘੱਟ ਗਿਣੇ, ਦਰਜਨ ਦੇ ਕਰੀਬ ਹੈਗੇ ਨੇ। ਹਾਂਜੀ ਹਾਂਜੀ। ਸੁਖਪਾਲ ਖਹਿਰਾ
ਜੇ ਪੈਰਲ ਆਪਣੀ ਲੀਕ ਖਿੱਚ ਰਿਹਾ, ਕੁਵਰ ਵਿਜੇ ਪ੍ਰਤਾਪ ਦੇ ਘਰੇ ਜਾ ਰਿਹਾ, ਉਹ ਆਪਣੀ ਹਾਈ ਕਮਾਂਡ ਨੂੰ ਵੱਖਰਾ ਸੁਨੇਹਾ ਦੇਣਾ ਚਾਹ ਰਿਹਾ ਕਿ ਮੈਂ ਚੰਗੇ ਬੰਦੇ ਇਕੱਠੇ ਕਰ ਰਿਹਾ ਜੀ, ਦੇਖੋ ਹੈਨਾ, ਉਹ ਆਪਣੇ ਆਪ ਨੂੰ ਘੱਟ ਸਮਝਦਾ। ਸਹੀ ਗੱਲ। ਤੋ ਇਸ ਲਈ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਦਾ ਤੇ ਗਰੰਟਡ ਮੰਨ ਕੇ ਚੱਲ ਰਹੀ ਹੈ ਕਾਂਗਰਸ ਕਿ 2027 ਚ ਆਪਾਂ ਆਈ ਜਾਣਾ। ਲੋਕ ਮੁੱਦਿਆਂ ਤੇ, ਪੰਜਾਬ ਮੁੱਦਿਆਂ ਤੇ ਕਿਤੇ ਲੜਦੇ ਵੀ ਨਹੀਂ ਦਿਖਦੇ, ਉਹੀ ਬਸ਼ਰਮੀ ਦੀ ਰਾਜਨੀਤੀ ਉਹ ਕਰ ਲੋ। ਸਹੀ ਗੱਲ। ਜਿਵੇਂ ਜਾਖੜੋਰੀ ਕਰਤਾ ਰਹੇ ਆ ਨਾ, ਬੀਜੇਪੀ ਕਰਤਾ ਰਹੀ ਆ ਨਾ, ਉਹ ਵੀ ਨਹੀਂ ਹੋ ਰਹੀ ਤੇ ਗਰੰਟੀ ਮੰਨ ਰਹੇ ਹੋ ਕਿ ਪੰਜਾਬ ਸਾਨੂੰ ਵੋਟ ਪਾ ਦੂਗਾ, ਹੋਰ ਕਿਸੇ ਨੂੰ ਨਹੀਂ ਪੈਣੀ। ਸੋ ਇਸ ਲਈ ਦਿੱਲੀ ਤੋਂ ਬਰੰਗ ਤੋੜਤੇ ਇਹਨਾਂ ਦੀ ਹਾਈ ਕਮਾਨ ਤੇ ਇਸ ਸਾਰੇ ਕਾਟੋ ਕਲੇਸ਼ ਦੇ ਵਿੱਚ, ਇਸ ਸਾਰੇ ਖਿਲਾਰੇ ਦੇ ਵਿੱਚ ਹੀ ਤਾਂ ਆਮ ਆਦਮੀ ਪਾਰਟੀ ਆਸ ਲਈ ਬੈਠੀ ਆ ਕਿ ਆਪਾਂ ਜਦੋਂ 60-70 ਨਵੇਂ ਉਮੀਦਵਾਰ ਸਿੱਟੇ, ਲੋਕਾਂ ਨੂੰ ਕਿਹਾ ਲਓ ਜੀ ਜਿਹੜੇ ਐਮਐਲਏ ਕੰਮ ਨਹੀਂ ਕਰਦੇ ਸੀ ਆਪਾਂ ਹਟਾਤੇ ਤੇ ਵੋਟਾਂ ਪਾ ਦਿਓ, ਤੇ ਵੋਟਾਂ ਪੈ ਵੀ ਜਾਣੀਆਂ ਕੁਛ ਆਪਸ। ਜੀ ਬਿਲਕੁਲ। ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਸਾਨੂੰ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸਮਾਂ ਇਜਾਜ਼ਤ ਨਹੀਂ ਦਿੰਦਾ, ਤੁਸੀਂ ਜੁੜੇ ਰਹੋ ਪੰਜਾਬੀ USA ਦੇ ਨਾਲ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ 4 ਜੁਲਾਈ ਅਮਰੀਕਾ ਦੇ ਆਜ਼ਾਦੀ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ।